जी दोस्तों, स्वागत करते हैं तुहाडा साडे यूट्यूब चैनल लैंड ऑफ ड्रीम्स के उपर। दोस्तों, असीं यूजीसी नैट दे क्वेश्चन पेपरां दी सीरीज़ शुरू की है। जिवें कि असीं पहली वीडियो विच दस्सिया सी कि फिजिकल एजुकेशन का जो नैट है वो 2004 दे विच शुरू होया। तो 2004 दे विच जिहड़े पेपर सीगे वो दूसरा ते तीसरा पेपर साडा सबजैक्ट दा हैगा ही सी, पर उस समय जिहड़ा दूसरा पेपर है वो ऑब्जैक्टिव सी अते तीसरा पेपर है जो वो सबजैक्टिव सीगा। तां असीं ये मेरा ख्याल है 2004 तो लैके 2011 तक जिहड़ा तीसरा पेपर है वो सबजैक्टिव रहा अते 2012 दे विच जाके दोनों पेपर दूसरा ते तीसरा सी जिहड़ा वो ऑब्जैक्टिव हो गए। फिर उस तो बाद जिहड़ा एग्जाम सी वो कुछ टाइम CBSE ने भी कंडक्ट किया ते हुण फिलहाल जिहड़ा प्रैजेंटली NTA है जिहड़ी वो कंडक्ट कर रही है। तो हुण दूसरा तीसरा पेपर जिहड़ा मर्ज करके वो इक्को पेपर रख दिता गया सबजैक्ट का। तो फिलहाल असीं 2004 का पेपर है जिहड़ा वो डिस्कस कर चुके हैं। अज असीं डिस्कस करांगे 2005 का सैकेंड पेपर, क्योंकि तीसरा पेपर सबजैक्टिव है इसलिए असीं तीसरा पेपर डिस्कस नहीं करांगे। आओ दोस्तों शुरू करते हैं 2005 का UGC नैट का पेपर। ये दोस्तों PS टैट के नाल रिलेटिड भी कुछ टॉपिक्स ने जिहड़े कुछ क्वेश्चन ने आए हुए ने उन्होंने भी असीं डीपली पढ़ांगे। चलते हैं दोस्तों साडे पहले क्वेश्चन ते। फर्स्ट क्वेश्चन है टाइगर वुड्स इज़ रिलेटेड टू। तो टाइगर वुड्स है जिहड़ा वो किहदे नाल रिलेटेड है? तो टाइगर वुड्स है जिहड़ा ये रिलेटेड है जी गोल्फ के नाल। ये प्रोफैशनल प्लेयर ने अमेरिका के गोल्फ के, तो बहुत ज़्यादा लंबा समय ये फर्स्ट रैंकिंग के उपर बने रहे सी गोल्फ के विच। सैकेंड क्वेश्चन देखते हैं जी। अगला क्वेश्चन साडा है द्रोणाचार्य अवार्ड इज़ गिवन टू। द्रोणाचार्य अवार्ड किसनों दिता जाता है? तो आलमोस्ट सानू सारिਆਂ ਨੂੰ पता ही है कि यह एक कोच ਨੂੰ दिता जाता द्रोणाचार्य अवार्ड। द्रोणाचार्य ਜਿਹੜੇ कि महाभारत ਦੇ ਵਿੱਚ ਅਸੀਂ ਨੇ पढ़िया होएगा अर्जन ਦੇ गुरु ਸੀਗੇ। ਤਾਂ द्रोणाचार्य अवार्ड बेस्ट कोच ਨੂੰ ਦਿੱਤਾ ਜਾਂਦਾ। कुछ फैक्ट ने ਇਹਦੇ ਇਹ ਸਟਾਰਟ ਹੋਇਆ ਸੀਗਾ 1985 ਦੇ ਵਿੱਚ। ਤੇ दूसरा ਅਸੀਂ ਲਿਖਿਆ ਕਿ फर्स्ट ਰੈਸੀਪੀਐਂਟ ਹੈ ਜਿਹੜਾ ਉਹ ਹੈਗਾ ਸੀ ਇਹਦਾ ਭਲਚੰਦਰਾ ਭਾਸਕਰ ਭਾਗਵਤ। ਉਹ ਸੰਬੰਧਿਤ ਹੈਗੇ ਸੀਗੇ ਰੈਸਲਿੰਗ ਗੇਮ ਦੇ ਨਾਲ। ਤੇ ਇਸ ਦੇ ਵਿੱਚ ਜਿਹੜੀ ਪ੍ਰਾਈਜ਼ ਮਨੀ ਹੈ ਉਹ ਮਿਲਦੀ ਹੈ ਜੀ 15 ਲੱਖ। ਚੱਲਦੇ ਹਾਂ ਅਗਲੇ ਕੁਐਸਚਨ ਤੇ। ਨੈਕਸਟ ਕੁਐਸਚਨ ਹੈਗਾ ਸਾਡਾ ਨੈਫਰੋਨ ਇਜ਼ ਅ ਮਾਈਕਰੋਸਕੋਪਿਕ ਸਟਰਕਚਰ ਆਫ। ਕਿ ਨੈਫਰੋਨ ਨੇ ਜਿਹੜੇ ਉਹ ਕਾਹਦਾ ਮਾਈਕਰੋਸਕੋਪਿਕ ਸਟਰਕਚਰ ਹੈਗਾ? ਲੰਗਸ ਦਾ, ਕਿਡਨੀ ਦਾ, ਹਾਰਟ ਦਾ ਤੇ ਜਾਂ ਫਿਰ ਲੀਵਰ ਦਾ। ਇਸ ਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ B ਕਿਡਨੀ। ਤਾਂ ਕਿਡਨੀ ਹੈ ਜਿਹੜੀ ਉਹਦੀ ਯੂਨਿਟ ਹੈ ਜਿਹੜੀ ਬੇਸਿਕ ਉਹ ਹੈਗੀ ਹੈ ਨੈਫਰੋਨ। ਬਹੁਤ ਸਾਰੇ ਨੈਫਰੋਨਸ ਨੂੰ ਮਿਲ ਕੇ ਜਿਹੜੀ ਕਿਡਨੀ ਆ ਉਹ ਬਣੀ ਹੁੰਦੀ ਆ। ਅਪਰੋਕਸੀਮੇਟਲੀ ਇੱਕ ਕਿਡਨੀ ਦੇ ਵਿੱਚ ਸਾਡੀ ਦੇ ਵਿੱਚ 10 ਲੱਖ ਨੈਫਰੋਨਸ ਹੁੰਦੇ ਨੇ। ਤਾਂ ਦੋਨਾਂ ਦੇ ਵਿੱਚ ਜਿਹੜੇ 20 ਲੱਖ ਹੋ ਗਏ 1 ਮਿਲੀਅਨ ਔਰ 1 ਮਿਲੀਅਨ ਇਨ ਈਚ ਕਿਡਨੀ। ਤਾਂ ਨੀਚੇ ਕੁਝ ਫੈਕਟ ਦਿੱਤੇ ਨੇ ਅਸੀਂ ਨੇ ਇਹਦੇ। GFR ਕਈ ਵਾਰੀ ਤੇ ਇੱਕ ਕੁਐਸਚਨ ਦੋਸਤੋ PS ਟੈਟ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਤਾਂ GFR ਦੀ ਫੁੱਲ ਫਾਰਮ ਹੈਗੀ ਹੈ ਗਲੋਮੈਰੂਲਰ ਫਿਲਟਰੇਸ਼ਨ ਰੇਟ। ਤਾਂ ਅਪਰੋਕਸੀਮੇਟਲੀ 180 ਲੀਟਰ ਹੈ ਜਿਹੜਾ ਖੂਨ ਉਹ ਸਾਫ਼ ਕੀਤਾ ਜਾਂਦਾ ਪੂਰੇ ਦਿਨ ਦੇ ਵਿੱਚ ਸਾਡੀਆਂ ਕਿਡਨੀਜ਼ ਦੇ ਦੁਆਰਾ। ਤੇ ਡੇਲੀ ਜਿਹੜਾ 20 ਤੋਂ 30 ਗ੍ਰਾਮ ਯੂਰੀਆ ਉਹ ਐਕਸਕ੍ਰੀਟ ਕੀਤਾ ਜਾਂਦਾ ਯੂਰਿਨ ਦੇ ਰਾਹੀਂ। ਤੇ ਟੋਟਲ ਇੱਕ ਦਿਨ ਦੇ ਵਿੱਚ 1.5 ਲੀਟਰ ਦੇ ਲਗਭਗ ਯੂਰੀਨ ਹੈ ਜਿਹੜੀ ਉਹਦੀ ਫਾਰਮੇਸ਼ਨ ਕੀਤੀ ਜਾਂਦੀ ਹੈ ਕਿਡਨੀਜ਼ ਦੇ ਰਾਹੀਂ। ਤੇ ਲਾਸਟ ਦੇ ਵਿੱਚ ਅਸੀਂ ਸਟੈਪਸ ਡਿਸਕਸ ਕੀਤੇ ਨੇ ਕਿ ਫਿਲਟਰੇਸ਼ਨ ਦੇ ਸਟੈਪਸ ਕਿਹੜੇ ਕਿਹੜੇ ਨੇ। ਤਾਂ ਸਭ ਤੋਂ ਪਹਿਲਾ ਹੈ ਗਲੋਮੈਰੂਲਰ ਫਿਲਟਰੇਸ਼ਨ। ਉਸ ਤੋਂ ਅਗਲਾ ਸਟੈਪਸ ਹੁੰਦਾ ਹੈ ਰੀਐਬਜ਼ੋਰਸ਼ਨ ਤੇ ਲਾਸਟ ਸਟੈਪ ਹੁੰਦਾ ਜੀ ਸੀਕ੍ਰੇਸ਼ਨ। ਤਾਂ ਸਭ ਤੋਂ ਪਹਿਲਾਂ ਜਿਹੜੇ ਬਲੱਡ ਹੈ ਸਾਡੇ ਉਹ ਕਿਡਨੀਜ਼ ਦੇ ਵਿੱਚ ਜਾਂਦਾ। ਤਾਂ ਕਿਡਨੀਜ਼ ਦੇ ਵਿੱਚ ਬੇਸਿਕਲੀ ਬੋਮਨ ਕੈਪਸੂਲਸ ਹੁੰਦਾ ਜਾਂ ਗਲੋਮੈਰੂਲਰ ਹੁੰਦਾ ਉਹਦਾ ਛੋਟਾ ਪਾਰਟ, ਉਸ ਦੇ ਅੰਦਰ ਬੋਮਨ ਕੈਪਸੂਲ ਹੁੰਦਾ ਜਿਹੜਾ ਕਿ ਸਾਡੇ ਬਲੱਡ ਨੂੰ ਫਿਲਟਰ ਕਰਦਾ। ਤਾਂ ਫਿਲਟਰ ਕਰਨ ਤੋਂ ਬਾਅਦ ਉਹ ਉਸ ਦੇ ਵਿੱਚੋਂ ਜਿਹੜੇ ਵੇਸਟ ਪ੍ਰੋਡਕਟਸ ਨੇ ਉਹ ਅਲੱਗ ਕਰ ਦਿੰਦਾ। ਤਾਂ ਦੇਖੋ ਕਿ ਲਗਭਗ 180 ਲੀਟਰ ਜਿਹੜਾ ਖੂਨ ਹੈ ਉਹ ਸਾਡਾ ਫਿਲਟਰ ਹੋਇਆ ਇੱਕ ਦਿਨ ਦੇ ਵਿੱਚੋਂ। ਤੇ ਉਸ ਦੇ ਵਿੱਚੋਂ ਲਗਭਗ 177.5 ਜਿਹੜਾ
178.5 ਲੀਟਰ ਜਿਹੜਾ ਹੈ ਉਹ ਵਾਪਸ ਰੀਅਬਜ਼ੌਰਬ ਕਰ ਲੈਂਦਾ ਸਾਡਾ ਜਿਹੜਾ ਕਿਡਨੀਸ ਨੇ ਜਾਂ ਗਲੋਮੈਰੂਲਰ ਨੇ ਜਿਹੜੇ ਸਾਡੇ, ਤੇ 1.5 ਲੀਟਰ ਯੂਰੀਨ ਹੈ ਜਿਹੜਾ ਵਾਧੂ ਪਾਣੀ ਹੈ ਉਹ ਯੂਰੀਨ ਦੇ ਰਾਹੀਂ ਅਸੀਂ ਬਾਹਰ ਕੱਢ ਦਿੰਦੇ ਹਾਂ, ਸੀਕ੍ਰੇਟ ਕਰ ਦਿੰਦੇ ਹਾਂ। ਤੇ ਕਈ ਵਾਰ ਜੇ ਇਕੱਲਾ ਰੀਅਬਜ਼ੌਰਪਸ਼ਨ ਵੀ ਪੁੱਛਿਆ ਜਾਂਦਾ ਤਾਂ ਲਗਭਗ ਯਾਨੀ ਕਿ ਅਸੀਂ ਫਿਲਟਰ ਕਰਨ ਤੋਂ ਬਾਅਦ ਵਾਪਸ ਆਪਣੀ ਬੋਡੀ ਦੇ ਵਿੱਚ ਕਿੰਨਾ ਮੇਨਟੇਨ ਕਰਕੇ ਰੱਖਦੇ ਹਾਂ ਲਿਕੁਇਡ ਹੈ ਜਿਹੜਾ ਸਾਡਾ ਬਲੱਡ ਹੈ ਜਾਂ ਪਲਾਜ਼ਮਾ ਹੈ, ਤਾਂ ਉਹ ਬੋਲਿਆ ਜਾਂਦਾ ਰੀਅਬਜ਼ੌਰਪਸ਼ਨ। ਸੀਕ੍ਰੇਸ਼ਨ ਜਿਹੜਾ ਅਸੀਂ ਬਾਹਰ ਕੱਢ ਦਿੰਦੇ ਹਾਂ ਲਗਭਗ 1.5 ਲੀਟਰ ਦੇ ਅਰਾਊਂਡ ਯੂਰੀਨ ਹੈ ਜਿਹੜਾ, ਜਿਸ ਦੇ ਵਿੱਚ ਕਿ 20 ਤੋਂ 30 ਗ੍ਰਾਮ ਯੂਰੀਆ ਹੁੰਦਾ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਸਾਡਾ ਓਬੈਸਿਟੀ ਇਜ਼ ਕੌਜ਼ਡ ਡਿਊ ਟੂ। ਓਬੈਸਿਟੀ ਕੀ ਹੁੰਦੀ ਹੈ? ਫਸਟ ਆਪਸ਼ਨ ਹੈਗਾ ਡੈਫੀਸ਼ੀਐਂਸੀਜ਼ ਆਫ ਵਿਟਾਮਿਨ, ਸੈਕੰਡ ਆਪਸ਼ਨ ਹੈ ਡੈਫੀਸ਼ੀਐਂਸੀ ਆਫ ਮਿਨਰल्स, ਐਕਸੈਸ ਇਨਟੇਕ ਆਫ ਕੈਲੋਰੀਜ਼ ਔਰ ਨਨ ਆਫ ਦਾ ਅਬਵ। ਤਾਂ ਓਬੈਸਿਟੀ ਕੀ ਹੁੰਦੀ ਹੈ? ਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਸੀ, ਐਕਸੈਸ ਇਨਟੇਕ ਆਫ ਕੈਲੋਰੀਜ਼। ਜੇਕਰ ਅਸੀਂ ਲੋੜ ਤੋਂ ਵੱਧ ਦਾ ਜਿਹੜਾ ਭੋਜਨ ਖਾਵਾਂਗੇ ਤਾਂ ਸਾਡੇ ਸਰੀਰ ਦੇ ਅੰਦਰ ਉਹਦੀਆਂ ਜਿਹੜੀਆਂ ਕੈਲੋਰੀਜ਼ ਨੇ ਉਹ ਸਟੋਰ ਹੁੰਦੀਆਂ ਰਹਿਣਗੀਆਂ, ਕਿਉਂਕਿ ਜਿਹੜਾ ਮੰਨ ਲਓ ਅਸੀਂ ਕਾਰਬੋਹਾਈਡਰੇਟ ਲੈਂਦੇ ਹਾਂ ਤਾਂ ਸਾਡੀ ਬੋਡੀ ਹੈ ਜਿਹੜੀ ਉਹ ਮੈਕਸੀਮਮ 15 ਗ੍ਰਾਮ 1 ਕਿਲੋ ਦੇ ਪਿੱਛੇ ਸਟੋਰ ਕਰਕੇ ਰੱਖ ਸਕਦੀ ਹੈ। ਤਾਂ ਉਸ ਤੋਂ ਜ਼ਿਆਦਾ ਕਾਰਬੋਹਾਈਡਰੇਟ ਨੇ ਜਿਹੜੇ ਅਸੀਂ ਉਹ ਸਟੋਰ ਕਰਕੇ ਨਹੀਂ ਰੱਖ ਸਕਦੇ। ਤਾਂ ਉਹ ਜੇਕਰ ਤੁਸੀਂ ਐਕਸੈਸ ਦੇ ਵਿੱਚ ਕਾਰਬੋਹਾਈਡਰੇਟ ਲੈ ਰਹੇ ਹੋ ਤਾਂ ਉਹ ਕਾਹਦੇ 'ਚ ਕਨਵਰਟ ਹੋਣਗੇ? ਫਿਰ ਫੈਟ ਦੇ ਵਿੱਚ ਕਨਵਰਟ ਹੋ ਕੇ ਸਾਡੀ ਬੋਡੀ ਦੇ ਵਿੱਚ ਸਟੋਰ ਹੁੰਦੇ ਰਹਿਣਗੇ। ਓਬੈਸਿਟੀ ਨਾਲ ਰਿਲੇਟਡ ਇੱਕ ਨਾਰਮਲ ਕੁਐਸਚਨ ਪੁੱਛ ਲਿਆ ਜਾਂਦਾ ਕਿ ਓਬੈਸਿਟੀ ਇਜ਼ ਡਿਸੀਜ਼ ਔਰ ਨੋਟ। ਤਾਂ ਓਬੈਸਿਟੀ ਹੈ ਜਿਹੜੀ ਉਹ ਐਕਚੁਅਲ ਦੇ ਵਿੱਚ ਦਿਸ ਇਜ਼ ਨਾਟ ਅ ਡਿਸੀਜ਼ ਬਟ ਇਟ ਮੇ ਲੀਡਸ ਟੂ ਸੋ ਮੈਨੀ ਡਿਸੀਜ਼ਸ, ਹੈ ਨਾ। ਓਬੈਸਿਟੀ ਹੈ ਜਿਹੜੀ ਖੁਦ ਇੱਕ ਬਿਮਾਰੀ ਨਹੀਂ, ਪਰ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦੇ ਸਕਦੀ ਹੈ। ਅਗਲੀ ਗੱਲ ਇਸ ਦੇ ਵਿੱਚ ਹੈਗੀ ਹੈ, ਅਸੀਂ ਲਾਸਟ ਤੇ ਇਹਦੇ ਥੋੜ੍ਹਾ ਦੇਖਿਆ ਕਿ ਓਬੈਸਿਟੀ ਕਿਵੇਂ ਹੋਊਗੀ। ਹੁਣ ਜੇਕਰ ਤੁਹਾਡੀ ਇਨਟੇਕ ਆਫ ਕੈਲੋਰੀਜ਼ ਜ਼ਿਆਦਾ ਹੈ, ਮੋਰ ਦੈਨ ਹੈ ਕਿਹਦੇ ਨਾਲੋਂ? ਕੈਲੋਰੀਜ਼ ਬਰਨ ਦੇ ਨਾਲੋਂ, ਤਾਂ ਕੀ ਹੋਏਗਾ? ਸਾਡੀਆਂ ਜਿਹੜੀਆਂ ਕੈਲੋਰੀਜ਼ ਨੇ ਉਹ ਸਾਡੇ ਕੋਲ ਸੇਵ ਪਈਆਂ ਰਹਿਣਗੀਆਂ, ਜਿਹਦੇ ਕਰਕੇ ਮੋਟਾਪਾ ਹੋਏਗਾ। ਆਈਡੀਅਲ weight ਕਿਵੇਂ ਹੋਏਗਾ? ਜੇਕਰ ਸਾਡੀਆਂ ਜਿੰਨਾ ਅਸੀਂ ਕੈਲੋਰੀਜ਼ ਲੈ ਰਹੇ ਹਾਂ ਉਹਦੇ ਬਰਾਬਰੀ ਕੈਲੋਰੀਜ਼ ਬਰਨ ਕਰ ਰਹੇ ਹਾਂ ਤਾਂ ਸਾਡਾ weight ਹੈ ਜਿਹੜਾ ਉਹ ਮੇਨਟੇਨ ਕਰਕੇ ਅਸੀਂ ਰੱਖ ਸਕਦੇ ਹਾਂ। ਅਸੀਂ ਅੰਡਰ weight ਕਿਵੇਂ ਹੋਵਾਂਗੇ? ਥਰਡ ਆਪਸ਼ਨ ਹੈ, ਤਾਂ ਅੰਡਰ weight ਹੋਵਾਂਗੇ ਜੇਕਰ ਕੈਲੋਰੀਜ਼ ਬਰਨ ਨੇ ਜਿਹੜੀਆਂ ਉਹ ਅਸੀਂ ਜ਼ਿਆਦਾ ਕਰ ਰਹੇ ਹਾਂ ਤੇ ਇਨਟੇਕ ਆਫ ਕੈਲੋਰੀਜ਼ ਨੇ ਜਿਹੜੀਆਂ ਉਹ ਘੱਟ ਨੇ। ਤਾਂ ਇਹ ਇੱਕ ਪ੍ਰੋਸੀਜਰ ਹੈ ਕਿ ਓਵਰਵੇਟ ਕਿਆ ਹੁੰਦਾ, ਆਈਡੀਅਲ weight ਕਿਸ ਤਰ੍ਹਾਂ ਅਸੀਂ weight ਨੂੰ ਮੇਨਟੇਨ ਕਰਕੇ ਰੱਖ ਸਕਦੇ ਹਾਂ, ਤੇ ਜਾਂ ਫਿਰ ਅੰਡਰ weight ਹੈ ਜਿਹੜਾ ਉਹ ਕਿਵੇਂ ਹੁੰਦਾ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਪੁਸ਼ਿੰਗ ਅਗੇਂਸਟ ਵਾਲ ਇਜ਼ ਐਨ ਐਗਜ਼ਾਮਪਲ ਆਫ। ਜੇਕਰ ਅਸੀਂ ਕੰਧ ਨੂੰ ਪਰੇ ਧੱਕਦੇ ਹਾਂ ਤਾਂ ਇਹ ਕਿਸ ਤਰ੍ਹਾਂ ਦੀ ਐਗਜ਼ਾਮਪਲ? ਆਈਸੋਮੈਟ੍ਰਿਕ ਦੀ ਹੈ, ਸੈਂਟਰਿਕ ਦੀ ਹੈ, ਆਈਸੋਟੋਨਿਕ ਦੀ ਹੈ, ਤੇ ਜਾਂ ਫਿਰ ਬੈਲਿਸਟਿਕ ਦੀ। ਤਾਂ ਜਦੋਂ ਅਸੀਂ ਕੰਧ ਨੂੰ ਧੱਕਾਂਗੇ ਤਾਂ ਦੇਖੋ ਤੁਸੀਂ ਇਮੈਜਿਨ ਕਰੋ ਕਿ ਕੰਧ ਨੂੰ ਧੱਕਾ ਲਾ ਰਹੇ ਹਾਂ, ਤਾਂ ਕੰਧ ਨੂੰ ਧੱਕਾ ਲਾਉਣ ਟਾਈਮ ਕਿਉਂਕਿ ਕੰਧ ਨੇ ਆਪਣੇ ਥਾਂ 'ਤੇ ਖੜੇ ਰਹਿਣਾ, ਉਹ ਹਿੱਲੂਗੀ ਨਹੀਂ, ਤਾਂ ਸਾਡੇ ਮਸਲਸ ਨੇ ਜਿਹੜੇ ਉਹ ਸੇਮ ਪੋਜੀਸ਼ਨ ਦੇ ਵਿੱਚ ਰਹਿਣਗੇ, ਪਰ ਉਹਨਾਂ ਦੀ ਟੋਨ ਹੈ ਜਿਹੜੀ ਉਹ ਵੈਰੀ ਕਰੇਗੀ। ਸਾਡੀਆਂ ਬਾਹਾਂ ਦੇ ਉੱਪਰ ਸਟ੍ਰੈਸ ਤਾਂ ਪਏਗਾ ਪਰ ਉਹਨਾਂ ਦੀ ਲੈਂਥ ਦੇ ਵਿੱਚ ਕੋਈ ਵੀ ਫਰਕ ਨਹੀਂ ਪਊਗਾ। ਤਾਂ ਇਹਨੂੰ ਅਸੀਂ ਬੋਲਾਂਗੇ ਆਈਸੋਮੈਟ੍ਰਿਕ ਐਕਸਰਸਾਈਜ਼। ਨੀਚੇ ਅਸੀਂ ਐਕਸਪਲੇਨ ਕੀਤਾ ਆਈਸੋਮੈਟ੍ਰਿਕ, ਆਈਸੋ ਮੀਨਸ ਸੇਮ, ਮੈਟ੍ਰਿਕ ਮੀਨਸ ਲੈਂਥ। ਜੇਕਰ ਆਈਸੋਮੈਟ੍ਰਿਕ ਦੀ ਗੱਲ ਕਰੀਏ ਤਾਂ ਸੇਮ ਲੈਂਥ, ਜੇਕਰ ਮਸਲ ਦੀ ਲੈਂਥ ਸੇਮ ਰਹਿੰਦੀ ਹੈ ਪਰ ਟੋਨ ਚੇਂਜ ਹੁੰਦੀ ਹੈ ਤਾਂ ਅਸੀਂ ਉਹਨੂੰ ਬੋਲਾਂਗੇ ਆਈਸੋਮੈਟ੍ਰਿਕ ਐਕਸਰਸਾਈਜ਼। ਆਈਸੋਟੋਨਿਕ, ਆਈਸੋ ਮੀਨਸ ਫੇਰ ਸੇਮ ਹੈ, ਟੋਨਿਕ ਮੀਨਸ ਟੋਨ। ਜਿੱਥੇ ਟੋਨ ਸੇਮ ਹੈ ਪਰ ਲੈਂਥ ਦੇ ਵਿੱਚ ਜਿਹੜਾ ਬਦਲਾਅ ਆਉਂਦਾ ਉਹਨੂੰ ਅਸੀਂ ਬੋਲਦੇ ਹਾਂ ਆਈਸੋਟੋਨਿਕ। ਇੱਕ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਬੈਲਿਸਟਿਕ। ਬੈਲਿਸਟਿਕ ਐਕਸਰਸਾਈਜ਼ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਐਜਿਲਿਟੀ ਜਾਂ ਫਲੈਕਸੀਬਿਲਿਟੀ ਨੂੰ ਇਨਕਰੀਜ਼ ਕਰਨ ਦੇ ਲਈ। ਬੈਲਿਸਟਿਕ ਐਕਸਰਸਾਈਜ਼ ਯੂਜ਼ ਕਰਦੇ ਹਾਂ ਅਸੀਂ ਜੇਕਰ ਅਸੀਂ ਫਲੈਕਸੀਬਿਲਿਟੀ ਹੈ ਜਿਹੜੀ ਸਾਡੀ ਬੋਡੀ ਦੀ ਉਹ ਇੰਪਰੂਵ ਕਰਨੀ ਹੈ। ਮੈਥਡ ਹੈ ਇੱਕ ਬੈਲਿਸਟਿਕ ਮੈਥਡ ਫਲੈਕਸੀਬਿਲਿਟੀ ਨੂੰ ਇੰਪਰੂਵ ਕਰਨ ਦਾ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਕਿ ਵਿਚ ਵਿਟਾਮਿਨ ਇਜ਼ ਰਿਸਪੌਂਸੀਬਲ ਫॉर ਬਲੱਡ ਕਲੌਟਿੰਗ। ਕਿ ਜਦੋਂ ਸਾਡੇ ਸੱਟ ਲੱਗਦੀ ਹੈ, ਸੱਟ ਲੱਗਣ ਤੋਂ ਬਾਅਦ ਜਦੋਂ ਖੂਨ ਬਾਹਰ ਨਿਕਲਣਾ ਸ਼ੁਰੂ ਹੁੰਦਾ ਤਾਂ ਉਹ ਜੰਮਣਾ ਸ਼ੁਰੂ ਹੋ ਜਾਂਦਾ, ਤਾਂ ਜੰਮਣਾ ਸ਼ੁਰੂ ਹੋਣ ਦਾ ਰਿਸਪੌਂਸੀਬਲ ਕਿਹੜਾ ਵਿਟਾਮਿਨ ਹੈ? ਆਪਸ਼ਨ ਏ ਹੈਗੀ ਹੈ ਵਿਟਾਮਿਨ ਸੀ, ਵਿਟਾਮਿਨ ਬੀ, ਵਿਟਾਮਿਨ ਕੇ ਐਂਡ ਵਿਟਾਮਿਨ ਏ। ਤੇ ਇਹਦਾ ਰਾਈਟ ਆਨਸਰ ਹੋਏਗਾ ਜੀ ਵਿਟਾਮਿਨ ਕੇ। ਤਾਂ ਬਲੱਡ ਕਲੌਟਿੰਗ ਜਿਹਨੂੰ ਅਸੀਂ ਕੋਗੂਲੇਸ਼ਨ ਵੀ ਬੋਲ ਦਿੰਦੇ ਹਾਂ ਜਾਂ ਹੈਮੋਸਟੇਟਿਸ ਵੀ ਬੋਲ ਦਿੰਦੇ ਹਾਂ, ਤਾਂ ਇਹ ਜਿਹੜਾ ਇਹਦੇ 'ਚ ਵਿਟਾਮਿਨ ਕਿਹੜਾ ਹੈਲਪਫੁਲ ਹੈ ਸਾਡਾ, ਜਿਹੜਾ ਕੋਗੂਲੇਸ਼ਨ ਕਰਦਾ ਜਾਂ ਖੂਨ ਨੂੰ ਜਮਾਉਣ ਦਾ ਕੰਮ ਕਰਦਾ ਹੈ, ਤਾਂ ਉਹ ਹੈਗਾ ਵਿਟਾਮਿਨ ਏ। ਤਾਂ ਨੀਚੇ ਅਸੀਂ ਥੋੜਾ ਐਕਸਪਲੇਨ ਕੀਤਾ ਇਸ ਪ੍ਰੋਸੈਸ ਨੂੰ ਕਿ ਕੋਗੂਲੇਸ਼ਨ ਹੈ ਜਿਹੜਾ, ਕੋਗੂਲੇਸ਼ਨ ਕੀ ਹੈ? ਕੋਗੂਲੇਸ਼ਨ ਦੇ ਬਰਾਬਰ ਲਿਖਿਆ ਅਸੀਂ ਪਲੇਟਲੈਟਸ ਪਲੱਸ ਪਲਾਜ਼ਮਾ ਪ੍ਰੋਟੀਨ, ਹੈ ਨਾ।
ਤਾਂ ਇਹਦੇ 'ਚ ਕਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ? ਪਲੇਟਲੈਟਸ ਕੰਮ ਕਰਦੇ ਨੇ ਤੇ ਪਲਾਜ਼ਮਾ ਪ੍ਰੋਟੀਨ ਕੰਮ ਕਰਦੇ ਨੇ। ਸੈਕਿੰਡ ਹੈ ਕਿ ਕਲੋਟਿੰਗ ਫੈਕਟਰਸ ਕਿਹੜੇ ਨੇ? ਤਾਂ ਬਹੁਤ ਸਾਰੇ ਅਲੱਗ-ਅਲੱਗ ਕੰਪੋਨੈਂਟਸ ਨੇ ਜਿਹੜੇ ਮਿਲ ਕੇ ਪੂਰੇ ਸਾਡੇ ਬਲੱਡ ਕਲੋਟਿੰਗ ਨੂੰ ਜਨਮ ਦਿੰਦੇ ਨੇ। ਤਾਂ ਜਿਵੇਂ ਫਸਟ ਹੈ ਫਾਈਬਰੋਨਜਨ ਹੈ, ਉਸ ਤੋਂ ਬਾਅਦ ਪ੍ਰੋਥਰਮੋਬਿਨ ਹੈ, ਟਿਸ਼ੂ ਥਰਮੋਪਲਾਸਟਿਨ ਹੈ, ਆਇਓਨਾਈਜ਼ਡ ਕੈਲਸ਼ੀਅਮ ਹੈ, ਪ੍ਰੋ ਐਕਸੇਲਰਿਨ ਹੈ, ਪ੍ਰੋ ਕਨਵਰਟਿਨ ਹੈ, ਐਂਟੀ ਹੈਮੋਫੈਲਿਕ ਹੈ, ਸਟੋਰਡ ਪਾਵਰ ਫੈਕਟਰ ਹੈ, ਹੇਜ਼ਮੈਨ ਫੈਕਟਰ ਹੈ, ਫਾਈਬਰਿਨ ਸਟੈਬਲਾਈਜ਼ਿੰਗ ਫੈਕਟਰ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਨਵੋਲਵ ਹੁੰਦੀਆਂ ਨੇ, ਇੱਕ ਪ੍ਰੋਸੈਸ ਹੁੰਦਾ ਕਲੋਟਿੰਗ ਦਾ, ਤਾਂ ਉਸ ਪ੍ਰੋਸੈਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਨਵੋਲਵ ਹੁੰਦੀਆਂ ਨੇ। ਲਾਸਟ 'ਤੇ ਅਸੀਂ ਲਿਖਿਆ ਹੈਮੋਸਟੈਟਿਸ। ਹੈਮੋਸਟੈਟਿਸ ਆ ਜਿਹੜਾ, ਇਹ ਵੀ ਇੱਕ ਨਾਮ ਹੈਗਾ ਕੋਗੂਲੇਸ਼ਨ ਦਾ, ਖੂਨ ਦੇ ਜੰਮਣ ਦਾ। ਤਾਂ ਖੂਨ ਜੇਕਰ ਬਾਹਰ ਆ ਕੇ ਜੰਮਦਾ ਜਦੋਂ ਸਾਡੇ ਸੱਟ ਲੱਗਦੀ ਹੈ ਤਾਂ ਸਾਡੇ ਲਈ ਬੈਨੀਫੀਸ਼ੀਅਲ ਹੈ, ਪਰ ਜੇਕਰ ਸਾਡੀ ਬੋਡੀ ਦੇ ਅੰਦਰ ਜੰਮਦਾ ਸਾਡੀਆਂ ਨਾੜਾਂ ਦੇ ਵਿੱਚ ਫਿਰ ਇਹ ਬਲੋਕੇਜ ਕਰੇਗਾ, ਜਿਹਨੂੰ ਅਸੀਂ ਕਲੌਟ ਕਹਿ ਦਿੰਦੇ ਹਾਂ ਬਲੱਡ ਦੇ। ਤਾਂ ਜੇਕਰ ਸਾਡੇ ਅੰਦਰ ਖੂਨ ਜੰਮਦਾ ਤਾਂ ਉਹ ਸਾਡੇ ਲਈ ਬਲੋਕੇਜ ਹੈ ਜਿਹੜੀ ਉਹ ਹਾਰਟ ਅਟੈਕ ਦਾ ਜਾਂ ਬ੍ਰੇਨ ਹੈਮਰੇਜ ਦਾ ਕਾਰਨ ਵੀ ਬਣ ਸਕਦੀ ਹੈ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਹੈ ਸਿਗਮੰਡ ਫਰੂਇਡ ਹੈ ਜਿਹੜਾ ਉਹਨੇ ਕਿਹੜੀ ਥਿਊਰੀ ਦਿੱਤੀ ਸੀ? ਸਿਗਮੰਡ ਫਰੂਇਡ ਓਰੀਜਨੇਟਡ ਦਾ। ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਛੋਟੇ ਛੋਟੇ ਵਰਡਸ ਨੇ ਜਿਹੜੇ ਨਾਲ ਪਾਉਣ ਦੀ, ਜਿਵੇਂ ਅਸੀਂ ਲਿਖਿਆ ਕਿ ਇਹ ਜਰਮਨ ਦੇ ਸੀਗੇ ਹਨ, ਤਾਂ ਇਹ ਵੀ ਤੁਸੀਂ ਚੀਜ਼ਾਂ ਨਾਲ ਦੀ ਨਾਲ ਨੋਟ ਕਰੀ ਜਾਇਓ। ਤਾਂ ਸਿਗਮੰਡ ਫਰੂਇਡ ਇੱਕ ਵੱਡਾ ਨਾਮ ਹੈ ਜੀ। ਇਹਨਾਂ ਨੇ ਸਾਈਕੋ ਐਨਾਲਾਈਟਿਕ ਥਿਊਰੀ ਦਿੱਤੀ ਸੀ ਲਗਭਗ ਅਰਾਊਂਡ 1980 ਦਹਾਕੇ 1890 ਦੇ ਦਹਾਕੇ ਦੇ ਵਿੱਚ ਥਿਊਰੀ ਦਿੱਤੀ ਸਾਈਕੋ ਐਨਾਲਾਈਟਿਕ ਦੀ। ਤੇ ਇਹਦੇ ਉੱਪਰ ਇਹਨਾਂ ਨੇ ਕਿਤਾਬ ਵੀ ਲਿਖੀ ਹੈ ਸਾਈਕੋ ਐਨਾਲਿਸਿਸ ਮਨੋਵਿਸ਼ਲੇਸ਼ਣ, ਪੰਜਾਬੀ ਦੇ ਵਿੱਚ ਵੀ ਅਨੁਵਾਦ ਹੈ, ਕਿਤਾਬ ਤੁਸੀਂ ਪੜ੍ਹ ਸਕਦੇ ਹੋ। ਚੱਲਦੇ ਹਾਂ ਜੀ ਅਗਲੇ ਕੁਐਸਚਨ ਤੇ। ਨੈਕਸਟ ਕੁਐਸਚਨ ਹੈਗਾ ਕਿਹੜੀਆਂ ਚੀਜ਼ਾਂ ਟਾਈਮ ਟੇਬਲ ਨੂੰ ਇਫੈਕਟ ਕਰਦੀਆਂ ਨੇ? ਨੰਬਰ ਆਫ ਸਟੂਡੈਂਟਸ, ਗਿਣਤੀ ਬੱਚਿਆਂ ਦੀ, ਇਕਵਿਪਮੈਂਟ, ਅਵੇਲੇਬਲ ਕਲਾਈਮੇਟਿਕ ਕੰਡੀਸ਼ਨਸ, ਆਲ ਆਫ ਦਾ। ਤਾਂ ਇਹਦਾ ਰਾਈਟ ਆਨਸਰ ਆਲ ਆਫ ਦਾ ਅਬਵ ਹੋਏਗਾ, ਈਜ਼ੀ ਕੁਐਸਚਨ ਹੈ। ਤੇ ਕਈ ਵਾਰ ਕੁਐਸਚਨ ਇੱਕ ਪੁੱਛ ਲਿਆ ਜਾਂਦਾ ਇੱਥੋਂ ਕਿ ਟਾਈਮ ਟੇਬਲ ਨੂੰ ਹੋਰ ਕੀ ਕਹਿੰਦੇ ਨੇ? ਤਾਂ ਟਾਈਮ ਟੇਬਲ ਇਜ਼ ਨੋਨ ਐਜ ਏ ਸਪਾਰਕ ਪਲੱਗ ਆਫ ਦਾ ਸਕੂਲ, ਹੈ ਨਾ, ਕਿ ਸਕੂਲ ਨੂੰ ਚਲਾਉਣ ਲਈ ਇੱਕ ਸਪਾਰਕ ਪਲੱਗ ਦਾ ਕੰਮ ਕਰਦਾ ਜਿਹੜਾ ਟਾਈਮ ਟੇਬਲ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਵਿਚ ਫੈਕਟਰਸ ਅਫੈਕਟ ਪੇਸ ਆਫ ਰਿਕਵਰੀ। ਤਾਂ ਜਦੋਂ ਤੁਸੀਂ ਕੰਮ ਕਰਕੇ ਹਟਦੇ ਹੋ ਤਾਂ ਜਿਹੜੀ ਰਿਕਵਰੀ ਦੀ ਪੇਸ ਹੈ ਉਹਨੂੰ ਕਿਹੜੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ? ਫਸਟ ਆਪਸ਼ਨ ਹੈਗੀ ਆ ਨੇਚਰ ਆਫ ਲੋਡ, ਸੈਕਿੰਡ ਹੈ ਹੈਲਥ ਐਂਡ ਫਿਜ਼ੀਕਲ ਫਿਟਨੈਸ, ਥਰਡ ਹੈ ਸਲੀਪ ਔਰ ਆਲ ਆਫ ਦਾ ਅਬਵ। ਤਾਂ ਸਾਡੀ ਰਿਕਵਰੀ ਨੂੰ ਜੀ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਨੇ ਇਫੈਕਟ ਕਰਨਗੀਆਂ। ਤੁਸੀਂ ਲੋਡ ਕਿਸ ਤਰ੍ਹਾਂ ਦਾ ਲਿਆ, ਕਿੰਨਾ ਲੋਡ ਲਿਆ, ਉਹ ਕ੍ਰੈਸਟ ਲੋਡ ਸੀਗਾ, ਓਵਰਲੋਡ ਸੀਗਾ, ਤੇ ਜਾਂ ਫਿਰ ਅੰਡਰ ਲੋਡ ਸੀਗਾ। ਤੇ ਉਸ ਤੋਂ ਬਾਅਦ ਤੁਹਾਡੀ ਹੈਲਥ ਕਿਵੇਂ ਦੀ ਹੈ ਜਾਂ ਫਿਜ਼ੀਕਲ ਫਿਟਨੈਸ ਕਿੰਨੀ ਹੈ ਤੁਹਾਡੀ, ਉਹ ਵੀ ਇਫੈਕਟ ਕਰੇਗੀ। ਤੁਸੀਂ ਨੀਂਦ ਕਿੰਨੀ ਲੈਂਦੇ ਹੋ ਉਸ ਤੋਂ ਬਾਅਦ, ਲੋਡ ਲੈਣ ਤੋਂ ਬਾਅਦ ਜੇਕਰ ਤੁਸੀਂ ਪਹਿਲਾਂ ਹੀ ਓਵਰਲੋਡ ਲਿਆ ਹੋਇਆ, ਨੀਂਦ ਪੂਰੀ ਨਹੀਂ ਹੋਏਗੀ ਤਾਂ ਵੀ ਸਾਡੀ ਰਿਕਵਰੀ ਹੈ ਜਿਹੜੀ ਉਹ ਸਲੋ ਹੋ ਜਾਏਗੀ। ਤਾਂ ਇਹਦਾ ਅਸੀਂ ਆਨਸਰ ਦੇਵਾਂਗੇ ਆਲ ਆਫ ਦਾ ਅਬਵ। ਨੈਕਸਟ ਕੁਐਸਚਨ ਸਾਡਾ ਹੈਗਾ ਜਿਹਦਾ ਡਿਊਰੇਸ਼ਨ ਆਫ ਮੀਜ਼ੋਸਾਈਕਲ ਇਜ਼। ਤਾਂ ਇਹ ਪੀਰੀਅਡਾਈਜੇਸ਼ਨ ਦਾ ਇੱਕ ਸਵਾਲ ਹੈਗਾ। ਮੀਜ਼ੋਸਾਈਕਲ ਦਾ ਜਿਹੜਾ ਡਿਊਰੇਸ਼ਨ ਹੈ ਤਾਂ ਅਸੀਂ ਇਹ ਨੀਚੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਤਾਂ 3 ਤਰ੍ਹਾਂ ਦੇ ਇਹ ਸਾਈਕਲ ਹੁੰਦੇ ਨੇ, ਮਾਕਰੋ, ਮੀਜ਼ੋ ਐਂਡ ਮਾਈਕਰੋ। ਮਾਕਰੋ ਸਾਈਕਲ ਹੈ ਜਿਹੜਾ ਉਹ 1 ਈਅਰ ਔਰ ਅਬਵ ਜਿਹੜੇ ਅਸੀਂ ਟ੍ਰੇਨਿੰਗ ਪਲਾਨ ਬਣਾਉਣੇ ਤਾਂ ਉਹਨੂੰ ਮਾਕਰੋ ਸਾਈਕਲ ਬੋਲਦੇ ਹਾਂ, ਸਭ ਤੋਂ ਵੱਡਾ ਸਾਈਕਲ ਹੁੰਦਾ। ਮੀਜ਼ੋ ਸਾਈਕਲ ਇਹ ਮੀਡੀਅਮ ਟਾਈਪ ਦਾ ਹੁੰਦਾ ਤਾਂ ਅਪਰੋਕਸੀਮੇਟਲੀ 4 ਤੋਂ 6 ਵੀਕ ਦਾ ਹੁੰਦਾ, 1 ਮਹੀਨੇ ਦੇ ਅਰਾਊਂਡ ਕਹਿ ਸਕਦੇ ਹਾਂ ਅਸੀਂ ਇਹਨੂੰ। ਮਾਈਕਰੋ ਸਾਈਕਲ ਹੈ ਜਿਹੜਾ ਇਹ 7 ਤੋਂ 10 ਦਿਨ ਦਾ ਹੁੰਦਾ। ਤਾਂ ਇਹਦੀ ਡਿਊਰੇਸ਼ਨ ਹੈ ਜਿਹੜੀ ਤੁਹਾਨੂੰ ਵੱਖੋ ਵੱਖਰੀ ਵੀ ਲਿਖੀ ਮਿਲ ਸਕਦੀ ਹੈ, ਪਰ ਮੀਜ਼ੋ ਸਾਈਕਲ ਦੇ ਵਿੱਚ ਜਿਹੜਾ 1 ਵੀਕ ਕੰਪਲਸਰੀ ਹੋਣਾ ਚਾਹੀਦਾ, ਜਿਹਨੂੰ ਅਸੀਂ ਮਾਈਕਰੋ ਸਾਈਕਲ ਬੋਲਾਂਗੇ, 1 ਵੀਕ ਹੋਣਾ ਚਾਹੀਦਾ। ਨੈਕਸਟ ਕੁਐਸਚਨ ਹੈਗਾ ਜੀ ਸਾਡਾ ਪ੍ਰੀ ਸਕੂਲ ਸਟੇਜ ਚਿਲਡਰਨ ਨੀਡ ਡਾਈਟ ਰਿਚ ਇਨ। ਜਿਹੜੇ ਸਕੂਲ ਜਾਣ ਵਾਲੇ ਜਾਣਾ ਜਿਹੜੇ ਬੱਚਿਆਂ ਨੇ, ਤਾਂ ਸਕੂਲ ਜਾਣ ਤੋਂ ਪਹਿਲਾਂ ਦਾ ਜਿਹੜਾ ਪੀਰੀਅਡ ਹੈਗਾ ਜਿਹਨੂੰ ਅਸੀਂ ਅਰਲੀ ਚਾਈਲਡਹੁੱਡ ਕਹਿ ਸਕਦੇ ਹਾਂ, ਤਾਂ ਉਸ ਅਰਲੀ ਚਾਈਲਡਹੁੱਡ ਦੇ ਬੱਚਿਆਂ ਨੂੰ ਹੈ ਜਿਹੜਾ ਕਿਹੜੀ ਡਾਈਟ ਸਭ ਤੋਂ ਜ਼ਿਆਦਾ ਚਾਹੀਦੀ ਹੈ? ਤਾਂ ਇੱਥੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਚਾਹੀਦੇ ਨੇ ਬਿਲਡਿੰਗ ਬਲੌਕਸ, ਕਿਉਂਕਿ ਉਹਨਾਂ ਦੇ ਜਿਹੜੇ ਸੈੱਲਾਂ ਦੀ ਫਾਰਮੇਸ਼ਨ ਹੈ, ਉਹਨਾਂ ਦੀ ਬੋਡੀ ਦੇ ਵਿੱਚ ਸੈੱਲ ਨਵੇਂ ਬਹੁਤ ਤੇਜ਼ੀ ਨਾਲ ਬਣਨਗੇ ਕਿਉਂਕਿ ਉਹਨਾਂ ਦੀ ਅਜੇ ਗਰੋਥ ਹੋਣੀ ਹੈ। ਤਾਂ ਬੇਸਿਕ ਬਿਲਡਿੰਗ ਬਲੌਕਸ ਨੇ ਜਿਹੜੇ ਹਿਊਮਨ ਬੋਡੀ ਦੇ ਉਹ ਹੈਗੇ ਨੇ ਪ੍ਰੋਟੀਨਸ। ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਡਾਈਟ ਹੈ ਉਹ ਚਾਹੀਦੀ ਹੈ ਪ੍ਰੋਟੀਨ ਦੀ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਪਾਇਓਰੀਆ ਔਰ ਇਹਨੂੰ ਅਸੀਂ ਦੂਸਰਾ ਨਾਮ ਦਿੰਦੇ ਹਾਂ ਪੈਰੀਓਡੋਂਟਿਸ ਡਿਸੀਜ਼ ਅਫੈਕਟਸ। ਤਾਂ ਪਾਇਓਰੀਆ ਜਾਂ ਫਿਰ ਪੈਰੀਓਡੋਂਟਿਟਿਸ ਹੈ, ਇਹ ਕਿਹੜੀ ਚੀਜ਼ ਨੂੰ ਇਫੈਕਟ ਕਰਦੀ ਹੈ? ਸਕੈਲੇਟਨ ਨੂੰ ਕਰਦੀ ਹੈ, ਗਮਸ ਨੂੰ ਕਰਦੀ ਹੈ, ਜੈਨੀਟਲਸ ਨੂੰ ਕਰਦੀ ਹੈ ਔਰ ਬ੍ਰੇਨ ਨੂੰ। ਤਾਂ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਬੀ
ਗਮਸ ਨੂੰ ਕਰਦੀ ਹੈ। ਤਾਂ ਅਸੀਂ ਇੱਕ ਫੋਟੋ ਲਾਈ ਇਹਦੇ ਨਾਲ, ਤੁਸੀਂ ਇਹਦੇ 'ਚ ਦੇਖ ਸਕਦੇ ਹੋ ਕਿ ਇੱਕ ਨੋਰਮਲ ਟੀਥ ਹੈ ਫਸਟ ਸਟੇਜ ਦੇ ਵਿੱਚ। ਸੈਕਿੰਡ ਤਾਂ ਜਿਹੜੀ ਉਹਦੀ ਜੜ ਹੈ ਜਿੱਥੋਂ ਅੰਦਰ ਲੁਕਿਆ ਹੋਇਆ ਦੰਦ ਉੱਥੋਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਜਿਹੜੇ ਨਸੂੜੇ ਨੇ ਉਹ ਦੰਦ ਨੂੰ ਛੱਡ ਜਾਂਦੇ ਨੇ ਅਤੇ ਹੌਲੀ ਹੌਲੀ ਦੰਦ ਹੈ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਹਿੱਲਣਾ, ਬਿਲਕੁਲ ਹਿੱਲਣ ਲੱਗ ਜਾਂਦਾ ਡਿਊ ਟੂ ਪਾਇਓਰੀਆ। ਤਾਂ ਇਹ ਸਾਡੀ ਡਿਸੀਜ਼ ਹੈ ਜਿਹੜੀ ਦੰਦਾਂ ਦੇ ਨਾਲ ਸਪੈਸ਼ਲੀ ਨਸੂੜਿਆਂ ਦੇ ਨਾਲ ਰਿਲੇਟਡ ਹੈਗੀ ਹੈ। ਨੈਕਸਟ ਕੁਐਸਚਨ ਹੈਗਾ ਜੀ ਸਾਡਾ ਡੀਲਿਮਿਟੇਸ਼ਨ ਇਨ ਰਿਸਰਚ। ਤਾਂ ਇਹ ਰਿਸਰਚ ਦਾ ਇੱਕ ਸਵਾਲ ਹੈ ਕਿ ਡੀਲਿਮਿਟੇਸ਼ਨ ਦਾ ਰਿਸਰਚ ਦੇ ਵਿੱਚ ਕੀ ਮਤਲਬ ਹੈਗਾ। ਸੈਟਿੰਗ ਲਿਮਿਟਸ ਟੂ ਦਾ ਪ੍ਰੋਬਲਮ ਆਫ ਰਿਸਰਚ। ਸੈਕੰਡ, ਲਿਮਿਟੇਸ਼ਨ ਆਫ ਰਿਸਰਚ ਇਨ ਸਟੱਡਿੰਗ ਪ੍ਰੋਬਲਮ। ਡਿਫਾਈਨਿੰਗ ਦਾ ਰਿਸਰਚ ਪ੍ਰੋਬਲਮ ਔਰ ਆਲ ਆਫ ਦਾ ਅਬਵ। ਤਾਂ ਇਹਦਾ ਜੀ ਰਾਈਟ ਆਨਸਰ ਹੈ ਜਿਹੜਾ, ਰਾਈਟ ਆਨਸਰ ਇਹਦਾ ਆਏਗਾ ਆਪਸ਼ਨ ਏ, ਯਾਨੀ ਕਿ ਸੈਟਿੰਗ ਲਿਮਿਟਸ ਟੂ ਦਾ ਪ੍ਰੋਬਲਮ। ਤਾਂ ਜਿਹੜੀ ਲਿਮਿਟੇਸ਼ਨ ਹੈ, ਲਿਮਿਟੇਸ਼ਨ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਇੱਕ ਰਿਸਰਚਰ ਦੇ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ। ਤਾਂ ਜਿਹੜੇ ਰਿਸਰਚ ਪੜ੍ਹਦੇ ਨੇ ਬੇਸਿਕਲੀ ਉਹਨਾਂ ਨੂੰ ਕਲੀਅਰ ਹੋਏਗਾ, ਪੀਐਸ ਟੈਟ ਦੇ ਵਿੱਚ ਇਸ ਦਾ ਕੋਈ ਕੰਮ ਵੀ ਨਹੀਂ ਹੈ। ਤਾਂ ਜਦੋਂ ਤੁਸੀਂ ਆਪਣੀ ਰਿਸਰਚ ਪ੍ਰੋਬਲਮ ਦੇ ਆਲੇ ਦੁਆਲੇ ਦੀਆਂ ਕੰਡੀਸ਼ਨਾਂ ਡਿਫਾਈਨ ਕਰਦੇ ਹੋ ਕਿ ਇਹ ਕੰਡੀਸ਼ਨਾਂ ਮੇਰੀ ਪ੍ਰੋਬਲਮ ਦੇ ਉੱਪਰ ਲਾਗੂ ਹੋਣਗੀਆਂ, ਤਾਂ ਉਸ ਨੂੰ ਅਸੀਂ ਡੀਲਿਮਿਟੇਸ਼ਨ ਬੋਲ ਦਿੰਦੇ ਹਾਂ। ਲਿਮਿਟੇਸ਼ਨ ਜਿਹੜੀਆਂ ਸਾਡੇ ਕੰਟਰੋਲ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਬਟ ਸਾਡੀ ਸਟੱਡੀ ਨੂੰ ਇਫੈਕਟ ਕਰ ਸਕਦੀਆਂ ਨੇ, ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਲਿਮਿਟੇਸ਼ਨ। ਤਾਂ ਇਹ ਹੈਗਾ ਸਾਡਾ ਡੀਲਿਮਿਟੇਸ਼ਨ ਦੇ ਬਾਰੇ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਸਾਡਾ ਹੈਗਾ ਜੀ ਪੀਐਫ ਟੈਸਟ ਇਜ਼ ਆ। ਤਾਂ ਸਭ ਤੋਂ ਪਹਿਲਾਂ ਪੀਐਫ ਟੈਸਟ ਮੀਨਸ ਹੈਗਾ ਪਰਸਨੈਲਿਟੀ ਫੈਕਟਰ ਹੈ ਇਹ। ਤਾਂ ਕਿਹੜੇ ਕਿਹੜੇ ਫੈਕਟਰਸ ਨੇ ਪਰਸਨੈਲਿਟੀ ਦੇ, ਇਹ 16 ਪਰਸਨੈਲਿਟੀ ਫੈਕਟਰ ਦਿੱਤੇ ਸੀਗੇ ਤੇ ਰੇਮੰਡ ਕੈਟਲ ਨੇ, ਜਿਹੜਾ ਕਿ ਇੱਕ ਬ੍ਰਿਟਿਸ਼ ਸਾਈਕੋਲੋਜਿਸਟ ਸੀਗਾ। ਤਾਂ ਉਹਨਾਂ ਨੇ ਇਹ ਇੱਕ ਸਾਈਕੋਲੋਜੀਕਲ ਟੈਸਟ ਕਹਿ ਸਕਦੇ ਹਾਂ ਬਣਾਇਆ ਸੀ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇਹ ਬਣਾਇਆ ਸੀਗਾ ਪਰਸਨੈਲਿਟੀ ਨੂੰ ਟੈਸਟ ਕਰਨ ਦੇ ਲਈ। ਤਾਂ ਪਹਿਲਾਂ ਇਹਨਾਂ ਨੇ ਬਹੁਤ ਸਾਰੇ ਇਹਦੇ ਜਿਹੜੇ ਫੈਕਟਰ ਦਿੱਤੇ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਰਿਮੂਵ ਕਰਕੇ ਉਹਨਾਂ ਨੇ ਐਟ ਲਾਸਟ 16 ਪਰਸਨੈਲਿਟੀ ਫੈਕਟਰ ਸੀ ਜਿਹੜੇ ਉਹ ਨਿਰਧਾਰਿਤ ਕੀਤੇ ਸੀ ਰੇਮੰਡ ਕੈਟਲ ਨੇ, ਜੋ ਕਿ ਬ੍ਰਿਟਿਸ਼ ਸਾਈਕੋਲੋਜਿਸਟ ਨੇ। ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਹੈ ਜਿਹੜਾ ਉਹ ਰੀਜਨ ਤੇ ਅਸਰਸ਼ਨ ਦਾ। ਤਾਂ ਅਸਰਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਕਿ ਸਰਕਟ ਟ੍ਰੇਨਿੰਗ ਇੰਪਰੂਵਸ ਜਰਨਲ ਫਿਜ਼ੀਕਲ ਫਿਟਨੈਸ ਐਂਡ ਮੋਟਰ ਫਿਟਨੈਸ। ਤਾਂ ਸਰਕਟ ਟ੍ਰੇਨਿੰਗ ਦੇ ਵਿੱਚ ਇਹਨਾਂ ਨੇ ਦਿੱਤਾ ਪਹਿਲੀ ਸਟੇਟਮੈਂਟ ਦੇ ਵਿੱਚ ਕਿ ਸਰਕਟ ਟ੍ਰੇਨਿੰਗ ਦੇ ਨਾਲ ਇੰਪਰੂਵ ਹੁੰਦੀ ਹੈ ਸਾਡੀ ਜਨਰਲ ਫਿਜ਼ੀਕਲ ਐਂਡ ਮੋਟਰ ਫਿਟਨੈਸ, ਦੋ ਚੀਜ਼ਾਂ ਸਾਡੀਆਂ ਇੰਪਰੂਵ ਹੁੰਦੀਆਂ ਨੇ। ਤਾਂ ਇਹ ਸਟੇਟਮੈਂਟ ਹੈ ਜਿਹੜੀ ਬਿਲਕੁਲ ਸਹੀ ਹੈ। ਸਰਕਟ ਟ੍ਰੇਨਿੰਗ ਸਾਡੀ ਫਿਜ਼ੀਕਲ ਤੇ ਮੋਟਰ ਫਿਟਨੈਸ ਨੂੰ ਇੰਪਰੂਵ ਕਰਨ ਦੇ ਕੰਮ ਆਉਂਦੀ ਹੈ। ਰੀਜ਼ਨ ਦਿੱਤਾ ਕਿ ਇੰਟਰਵਲ ਟ੍ਰੇਨਿੰਗ ਮੈਥਡ ਹੈ ਜਿਹੜਾ ਇੰਪਰੂਵ ਸਪੀਡ। ਤਾਂ ਇੰਟਰਵਲ ਟ੍ਰੇਨਿੰਗ ਮੈਥਡ ਜਿਹੜਾ ਇਹਨੂੰ ਸਪੀਡ ਇੰਪਰੂਵ ਕਰਨ ਲਈ ਵੀ ਯੂਜ਼ ਕਰ ਸਕਦੇ ਹਾਂ ਅਸੀਂ, ਐਜ਼ ਵੈਲ ਐਜ਼ ਇੰਡੋਰੈਂਸ ਨੂੰ ਡਿਵੈਲਪ ਕਰਨ ਲਈ ਵੀ ਯੂਜ਼ ਕਰ ਸਕਦੇ ਹਾਂ ਇੰਟਰਵਲ ਟ੍ਰੇਨਿੰਗ ਮੈਥਡ ਨੂੰ। ਤਾਂ ਦੋਨੋਂ ਸਟੇਟਮੈਂਟ ਸਹੀ ਨੇ, ਬਟ ਇੱਥੇ ਹੁਣ ਅਸੀਂ ਦੇਖਣਾ ਕਿ ਏ ਵੀ ਟਰੂ ਹੈ ਸਾਡੀ, ਆਰ ਵੀ ਟਰੂ ਹੈ। ਸੈਕਿੰਡ ਜਿਹੜੀ ਚੀਜ਼ ਅਸੀਂ ਇਹਦੇ 'ਚ ਨੋਟ ਕਰਨੀ ਉਹ ਕਰਨੀ ਹੈ ਕਿ ਕੀ ਇਹਨਾਂ ਦੋਨੇ ਸਟੇਟਮੈਂਟਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਹੈਗਾ ਕਿ ਨਹੀਂ। ਤਾਂ ਫਸਟ ਲਾਈਨ ਸਰਕਟ ਟ੍ਰੇਨਿੰਗ ਬਾਰੇ ਆ, ਸੈਕਿੰਡ ਇੰਟਰਵਲ ਟ੍ਰੇਨਿੰਗ ਬਾਰੇ ਆ, ਹੈਗੀਆਂ ਦੋਨੋਂ ਲਾਈਨਸ ਟ੍ਰੇਨਿੰਗ ਬਾਰੇ ਨੇ, ਬਟ ਦੋਨੋਂ ਇੰਡੀਪੈਂਡੈਂਟ ਨੇ, ਦੋਨਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ। ਤਾਂ ਬੇਸ਼ੱਕ ਸਹੀ ਨੇ ਪਰ ਅਸੀਂ ਇਹਨੂੰ ਕਰੈਕਟ ਐਕਸਪਲੇਨੇਸ਼ਨ ਹੈ ਜਿਹੜੀ ਇਸ ਦੀ ਨਹੀਂ ਬੋਲ ਸਕਦੇ। ਤਾਂ ਅਸੀਂ ਪਹਿਲਾਂ ਨੋਟ ਕੀਤਾ ਕਿ ਅਸਰਸ਼ਨ ਜਿਹੜੀ ਏ ਹੈ ਉਹ ਟਰੂ ਹੈ। ਤਾਂ ਏ ਟਰੂ ਦਿੱਤੀ ਹੋਈ ਹੈ, ਏ ਆਪਸ਼ਨ ਦੇ ਵਿੱਚ ਵੀ ਦਿੱਤੀ ਹੋਈ ਹੈ, ਬੀ ਆਪਸ਼ਨ ਦੇ ਵਿੱਚ ਵੀ ਦਿੱਤੀ ਹੋਈ ਹੈ, ਸੀ ਦੇ ਵਿੱਚ ਵੀ ਦਿੱਤੀ ਹੋਈ ਹੈ। ਤਾਂ ਪਹਿਲੀ ਸਟੇਟਮੈਂਟ ਤੋਂ ਅਸੀਂ ਲਾ ਸਕਦੇ ਹਾਂ ਕਿ ਡੀ ਆਪਸ਼ਨ ਤਾਂ ਰਿਮੂਵ ਹੋ ਗਿਆ, ਪਹਿਲੇ ਤਿੰਨਾਂ ਦੇ ਵਿੱਚੋਂ ਕੋਈ ਆਨਸਰ ਹੋਏਗਾ। ਸੈਕਿੰਡ ਇੰਟਰਵਲ ਟ੍ਰੇਨਿੰਗ ਮੈਥਡ ਇੰਪਰੂਵ ਸਪੀਡ ਹੈ ਨਾ, ਤਾਂ ਸੈਕਿੰਡ ਸਟੇਟਮੈਂਟ ਵੀ ਸਹੀ ਹੈ। ਤਾਂ ਇਹਦਾ ਮਤਲਬ ਸੀ ਆਪਸ਼ਨ ਹੈ ਜਿਹੜਾ ਉਹ ਵੀ ਰਿਮੂਵ ਹੋ ਗਿਆ, ਜਿਹਦੇ ਵਿੱਚ ਰੀਜ਼ਨ ਨੂੰ ਫਾਲਸ ਦਿੱਤਾ ਹੋਇਆ। ਤਾਂ ਪਹਿਲੇ ਤੇ ਦੂਜੇ ਦੇ ਵਿੱਚੋਂ ਕੋਈ ਆਨਸਰ ਹੋਏਗਾ। ਹੁਣ ਅਸੀਂ ਦੇਖਣਾ ਹੈ ਕਿ ਸੈਕਿੰਡ ਲਾਈਨ ਹੈ ਜਿਹੜੀ ਉਹ ਪਹਿਲੀ ਲਾਈਨ ਦੇ ਉੱਪਰ ਨਿਰਭਰ ਕਰ ਰਹੀ ਹੈ ਕਿ ਨਹੀਂ, ਯਾਨੀ ਕਿ ਸੈਕਿੰਡ ਸਟੇਟਮੈਂਟ ਫਸਟ ਸਟੇਟਮੈਂਟ ਦੇ ਉੱਪਰ ਡਿਪੈਂਡੈਂਟ ਹੈਗੀ ਹੈ ਕਿ ਨਹੀਂ। ਜੇ ਤਾਂ ਡਿਪੈਂਡੈਂਟ ਹੋਏਗੀ ਫਸਟ ਸਟੇਟਮੈਂਟ ਦੇ ਉੱਪਰ ਤਾਂ ਅਸੀਂ ਆਪਸ਼ਨ ਲਾਵਾਂਗੇ ਇਸ ਦਾ ਏ, ਪਰ ਕਿਉਂਕਿ ਇੱਥੇ ਉਹ ਡਿਪੈਂਡੈਂਟ ਨਹੀਂ ਹੈਗੀ, ਉਸ ਕੱਲੀ ਲਾਈਨ ਦਾ ਵੀ ਮਤਲਬ ਨਿਕਲ ਰਿਹਾ ਹੈ। ਤਾਂ ਉਹ ਸਰਕਟ ਟ੍ਰੇਨਿੰਗ ਅਲੱਗ ਟ੍ਰੇਨਿੰਗ ਹੈ, ਇੰਟਰਵਲ ਟ੍ਰੇਨਿੰਗ ਅਲੱਗ ਟ੍ਰੇਨਿੰਗ ਹੈ। ਤਾਂ ਅਸੀਂ ਇਹਦਾ ਆਨਸਰ ਲਾਵਾਂਗੇ ਆਪਸ਼ਨ ਬੀ, ਯਾਨੀ ਕਿ ਦੋਨੋਂ ਹੈਗੇ ਟਰੂ ਨੇ, ਬਟ ਆਰ ਇਜ਼ ਨੋਟ ਦਾ ਕਰੈਕਟ ਐਕਸਪਲੇਨੇਸ਼ਨ ਆਫ ਏ ਔਰ ਅਸਰਸ਼ਨ। ਮੂਵ ਕਰਦੇ ਹਾਂ ਜੀ ਅਸੀਂ ਨੈਕਸਟ ਕੁਐਸਚਨ ਤੇ। ਇਹ ਵੀ ਰੀਜ਼ਨ ਤੇ ਅਸਰਸ਼ਨ ਦਾ। ਤਾਂ ਇਸ ਦੇ ਵਿੱਚ ਅਸਰਸ਼ਨ ਦਿੱਤੀ ਹੈ ਕਿ ਬੈਰੋਮੋਟਰ ਐਬਿਲਿਟੀ ਟੈਸਟ ਹੈ ਜਿਹੜਾ ਇਨਕਲੂਡਸ ਸਟੈਂਡਿੰਗ ਬਰੋਡ ਜੰਪ, ਜਿਗ ਜੈਗ ਰਨਿੰਗ ਤੇ 6 ਪਾਊਂਡ ਮੈਡੀਸਨ ਬਾਲ ਪੁੱਟ।
ਤਾਂ ਹੁਣ ਇਹ ਜਿਹੜਾ ਬੈਰੋਮੀਟਰਬਿਲਿਟੀ ਟੈਸਟ ਹੈ, ਜੇ ਤੁਸੀਂ ਟੈਸਟ ਮੇਜਰਮੈਂਟ ਪੜ੍ਹੇ ਹੋਏਗੇ ਉਸ ਦੇ ਵਿੱਚ ਪੜ੍ਹਿਆ ਹੋਏਗਾ, ਤਾਂ ਇਸ ਦੇ ਵਿੱਚ ਤਿੰਨ ਜਿਹੜੇ ਇਸ ਦੀਆਂ ਟੈਸਟ ਬੈਟਰੀ ਦੇ ਵਿੱਚ ਤਿੰਨ ਕੰਪੋਨੈਂਟਸ ਨੇ। ਇੱਕ ਸਟੈਂਡਿੰਗ ਬਰੋਡ ਜੰਪ ਹੈ, ਇੱਕ ਜਿਗ ਜੈਗ ਰਨਿੰਗ ਹੈ, ਤੇ ਇੱਕ 6 ਪਾਉਂਡ ਮੈਡੀਸਨ ਬਾਲ ਹੈ। ਹੁਣ ਇਹ ਸਟੇਟਮੈਂਟ ਹੈ ਜਿਹੜੀ ਸਹੀ ਹੈ, ਤੇ ਨਾਲ ਇਹਨਾਂ ਨੇ ਦੂਸਰਾ ਰੀਜ਼ਨ ਦਿੱਤਾ ਕਿ ਪਰਪਸ ਆਫ ਬੈਰੋਮੋਟਰਬਿਲਿਟੀ ਟੈਸਟ ਇਜ਼ ਟੂ ਮੇਜ਼ਰ ਫੰਡਾਮੈਂਟਲ ਸਕਿੱਲ। ਜੇ ਥੋੜਾ ਜਿਹਾ ਧਿਆਨ ਨਾਲ ਦੇਖੋਗੇ ਤਾਂ ਅਸਰਸ਼ਨ ਦੇ ਵਿੱਚ ਇਹਨਾਂ ਨੇ ਇੱਕ ਲਾਈਨ ਦਿੱਤੀ ਹੋਈ ਆ ਸਟਾਰਟਿੰਗ ਦੇ ਵਿੱਚ ਕਿ ਬੈਰੋਮੋਟਰਬਿਲਿਟੀ, ਯਾਨੀ ਕਿ ਕਾਹਦਾ ਟੈਸਟ ਹੈ ਇਹ, ਮੋਟਰਬਿਲਿਟੀ ਦਾ, ਨਾ ਕਿ ਸਕਿੱਲ ਦਾ। ਤਾਂ ਇਸ ਕੁਐਸਚਨ ਦੇ ਵਿੱਚ ਇਸ ਦਾ ਆਨਸਰ ਪਿਆ। ਤਾਂ ਇਹਦੇ ਵਿੱਚ ਫਸਟ ਸਟੇਟਮੈਂਟ ਤਾਂ ਸਹੀ ਹੈ, ਬਟ ਸੈਕੰਡ ਸਟੇਟਮੈਂਟ ਹੈ ਜਿਹੜੀ ਉਹ ਗਲਤ ਹੈ। ਤਾਂ ਅਸੀਂ ਦੇਖਣਾ ਹੈ ਕਿ ਕਿਹੜੀ ਸਟੇਟਮੈਂਟ ਹੇਠਾਂ ਤੋਂ ਕਿਹੜੀ ਆਪਸ਼ਨ ਦੇ ਵਿੱਚ ਏ ਨੂੰ ਟਰੂ ਕਿਹਾ ਤੇ ਆਰ ਨੂੰ ਫਾਲਸ ਕਿਹਾ। ਤਾਂ ਇਹ ਹੈਗਾ ਆਪਸ਼ਨ ਸੀ, ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਸੀ। ਤਾਂ ਇਸ ਟੈਸਟ ਬਾਰੇ ਦੇਖ ਲਈਏ। ਟੈਸਟ ਸੀ ਜਿਹੜਾ ਉਹ ਹੈਰੋਲਡ ਐਮ ਬੈਰੋ ਨੇ ਬਣਾਇਆ ਸੀਗਾ 1954 ਦੇ ਵਿੱਚ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਵੀ ਸਾਡਾ ਅਸਰਸ਼ਨ ਤੇ ਰੀਜ਼ਨ ਦਾ ਹੈ। ਇਸ ਦੇ ਵਿੱਚ ਫਸਟ ਸਟੇਟਮੈਂਟ ਦਿੱਤੀ ਗਈ ਹੈ, ਹਾਈਪੋਥੀਸਿਸ ਲੀਡਸ ਟੂ ਅਲਟਰਨੇਟਿਵ ਸੋਲਿਊਸ਼ਨ ਟੂ ਦਾ ਪ੍ਰੋਬਲਮ। ਕਿ ਹਾਈਪੋਥੀਸਿਸ ਹੈ ਜਿਹੜਾ, ਹਾਈਪੋਥੀਸਿਸ ਜਿਹਨੂੰ ਅਸੀਂ ਟੈਂਟੇਟਿਵ ਸੋਲਿਊਸ਼ਨ ਵੀ ਕਹਿ ਸਕਦੇ ਹਾਂ, ਤੇ ਜਾਂ ਫਿਰ ਟੈਂਟੇਟਿਵ ਗੈਸ ਕਹਿ ਸਕਦੇ ਹਾਂ, ਹੈ ਨਾ, ਤੇ ਜਾਂ ਫਿਰ ਇੰਟੈਲੀਜੈਂਟ ਗੈਸ ਕਹਿ ਸਕਦੇ ਹਾਂ ਅਬਾਊਟ ਦਾ ਸੋਲਿਊਸ਼ਨ ਆਫ ਦਾ ਪ੍ਰੋਬਲਮ। ਤਾਂ ਹਾਈਪੋਥੀਸਿਸ ਹੈ ਜਿਹੜਾ ਇਹ ਅਲਟਰਨੇਟਿਵ ਸੋਲਿਊਸ਼ਨ ਹੈਗਾ ਪ੍ਰੋਬਲਮ ਦਾ, ਉਹਦੇ ਵੱਲ ਲੈ ਕੇ ਜਾਂਦਾ ਸਾਨੂੰ। ਹੋ ਸਕਦਾ ਸਾਡਾ ਸੇਮ ਸੋਲਿਊਸ਼ਨ ਆ ਜਾਵੇ, ਹੋ ਸਕਦਾ ਥੋੜ੍ਹਾ ਬਹੁਤਾ ਡਿਫਰ ਕਰ ਜੇ ਉਸ ਤੋਂ। ਤਾਂ ਇਹਦਾ ਜਿਹੜਾ ਫਸਟ ਸਟੇਟਮੈਂਟ ਸਾਡੀ ਸਹੀ ਹੋਊਗੀ। ਸੈਕੰਡ ਸਟੇਟਮੈਂਟ ਕੀ ਕਹਿੰਦੀ ਹੈ, ਐਵਰੀ ਰਿਸਰਚ ਇਨਵੈਸਟੀਗੇਸ਼ਨ ਨੀਡਸ ਨਾਟ ਹੈਵ ਅ ਹਾਈਪੋਥੀਸਿਸ। ਤਾਂ ਦੂਸਰੀ ਸਟੇਟਮੈਂਟ ਕਹਿ ਰਹੀ ਹੈ ਕਿ ਪਹਿਲੀ ਕਹਿ ਰਹੀ ਹੈ ਕਿ ਹਾਈਪੋਥੀਸਿਸ ਅਲਟਰਨੇਟਿਵ ਸੋਲਿਊਸ਼ਨ ਵੱਲ ਲੈ ਕੇ ਜਾਂਦਾ, ਪਰ ਦੂਸਰੇ 'ਚ ਕੀ ਹੈ ਕਿ ਜ਼ਰੂਰੀ ਵੀ ਨਹੀਂ ਹੈਗਾ ਕਿ ਹਰ ਇੱਕ ਰਿਸਰਚ ਦਾ ਹਾਈਪੋਥੀਸਿਸ ਹੋਵੇ, ਕਿਉਂਕਿ ਬਹੁਤ ਸਾਰੀਆਂ ਰਿਸਰਚਸ ਨੇ ਜਿਨ੍ਹਾਂ ਦਾ ਹਾਈਪੋਥੀਸਿਸ ਨਹੀਂ ਹੁੰਦਾ। ਸਪੋਜ਼ ਤੁਸੀਂ ਕੋਈ ਟੂਲ ਡਿਵੈਲਪ ਕਰ ਰਹੇ ਹੋ, ਕੋਈ ਕੁਐਸਚਨਰ ਡਿਵੈਲਪ ਕਰਨ ਜਾ ਰਹੇ ਹੋ, ਤੇ ਜਾਂ ਫਿਰ ਤੁਸੀਂ ਕੋਈ ਨਵਾਂ ਟੈਸਟ ਕੰਸਟਰਕਟ ਕਰਨ ਜਾ ਰਹੇ ਹੋ, ਤੇ ਜਾਂ ਫਿਰ ਕੋਈ ਹਿਸਟੋਰੀਕਲ ਰਿਸਰਚ ਕਰਨ ਜਾ ਰਹੇ ਹੋ। ਤਾਂ ਬਹੁਤ ਸਾਰੀਆਂ ਐਵੇਂ ਦੀਆਂ ਰਿਸਰਚਸ ਹੈਗੀਆਂ ਨੇ ਜਿਸ ਦੇ ਵਿੱਚ ਹਾਈਪੋਥੀਸਿਸ ਹੈ ਜਿਹੜਾ ਉਹ ਨਹੀਂ ਲਿਆ ਜਾਂਦਾ। ਤਾਂ ਇਹ ਦੋਨੋਂ ਜਿਹੜੀਆਂ ਸਹੀ ਨੇ ਤੇ ਦੋਨਾਂ ਦਾ ਆਪਸ ਦੇ ਵਿੱਚ ਲਿੰਕ ਵੀ ਬਣ ਰਿਹਾ, ਤੇ ਇਹਦਾ ਆਨਸਰ ਆਏਗਾ ਆਪਸ਼ਨ ਏ, ਯਾਨੀ ਕਿ ਏ ਤੇ ਆਰ ਦੋਨੋਂ ਟਰੂ ਨੇ ਐਂਡ ਆਰ ਇਜ਼ ਦਾ ਕਰੈਕਟ ਐਕਸਪਲੇਨੇਸ਼ਨ ਆਫ ਏ। ਤਾਂ ਹਾਈਪੋਥੀਸਿਸ ਹੈ ਜਿਹੜਾ ਅਸੀਂ ਇਹਨੂੰ ਟੈਂਟੇਟਿਵ ਗੈਸ ਵੀ ਕਹਿ ਦਿੰਦੇ ਹਾਂ, ਇੰਟੈਲੀਜੈਂਟ ਗੈਸ ਵੀ ਕਹਿ ਦਿੰਦੇ ਹਾਂ, ਟੈਂਟੇਟਿਵ ਸੋਲਿਊਸ਼ਨ ਵੀ ਕਹਿ ਦਿੰਦੇ ਹਾਂ ਹਾਈਪੋਥੀਸਿਸ ਨੂੰ। ਬੇਸਿਕਲੀ ਇਹ ਵੀ ਰਿਸਰਚ ਦੇ ਵਿੱਚ ਯੂਜ਼ ਕੀਤਾ ਜਾਂਦਾ। ਤਾਂ ਰਿਸਰਚ ਹੈ ਜਿਹੜੀ ਪ੍ਰੋਬਲਮ, ਜਦੋਂ ਤੁਸੀਂ ਉਹਦਾ ਸਾਇਨੋਪਸਿਸ ਤਿਆਰ ਕਰਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਹਾਈਪੋਥੀਸਿਸ ਲਿਖਦੇ ਹੋ ਕਿ ਮੈਂ ਇਸ ਪ੍ਰੋਬਲਮ ਦੇ ਸੋਲਿਊਸ਼ਨ ਬਾਰੇ ਕੀ ਕਹਿ ਰਿਹਾ, ਕਿ ਇਹਦਾ ਜਿਹੜੀ ਆਊਟਕਮ ਹੈ ਇਸ ਸਟੱਡੀ ਦੀ ਕੀ ਹੋਏਗੀ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਇਹ ਵੀ ਰੀਜ਼ਨ ਤੇ ਅਸਰਸ਼ਨ ਦਾ ਹੈ। ਤਾਂ ਅਸਰਸ਼ਨ ਇਸ ਦੇ ਵਿੱਚ ਦਿੱਤੀ ਹੈ ਫਸਟ ਸਟੇਟਮੈਂਟ ਕਿ ਅ ਟੈਸਟ ਇਜ਼ ਵੈਲਿਡ ਵੈਨ ਇਟ ਮੇਜਰਸ ਵਟ ਇਟ ਪ੍ਰਪੋਜ਼ਸ ਟੂ ਮੇਜਰ। ਯਾਨੀ ਕਿ ਅਸੀਂ ਟੈਸਟ ਦੀ ਜਿਹੜੀ ਵੈਲਿਡਿਟੀ ਦੀ ਗੱਲ ਕੀਤੀ ਗਈ ਹੈ, ਇੱਕ ਟੈਸਟ ਹੈ ਜਿਹੜਾ ਵੈਲਿਡ ਕਦੋਂ ਹੋਊਗਾ, ਜਦੋਂ ਉਹ ਜਿਹੜੀ ਚੀਜ਼ ਨੂੰ ਮੇਜ਼ਰ ਕਰਨ ਲਈ ਬਣਾਇਆ ਗਿਆ ਉਸ ਨੂੰ ਮੇਜ਼ਰ ਕਰੇਗਾ। ਤਾਂ ਉਸ ਟੈਸਟ ਨੂੰ ਅਸੀਂ ਵੈਲਿਡ ਟੈਸਟ ਕਹਿ ਸਕਦੇ ਹਾਂ। ਫਸਟ ਸਟੇਟਮੈਂਟ ਹੈ ਜਿਹੜੀ ਉਹ ਬਿਲਕੁਲ ਰਾਈਟ ਸਟੇਟਮੈਂਟ ਹੈ। ਸੈਕੰਡ ਸਟੇਟਮੈਂਟ ਰੀਜ਼ਨ ਤੇ ਚੱਲਦੇ ਹਾਂ, ਵੇਇੰਗ ਮਸ਼ੀਨ ਮੇਜ਼ਰਸ ਦਾ weight ਆਫ ਐਨ ਆਬਜੈਕਟ। ਤਾਂ ਵੇਇੰਗ ਮਸ਼ੀਨ ਹੈ ਜਿਹੜੀ ਉਹ ਕੀ ਕਰਦੀ ਹੈ, ਕਿਸੇ ਆਬਜੈਕਟ ਦਾ weight ਹੈ ਜਿਹੜਾ ਮੇਜ਼ਰ ਕਰਦੀ ਹੈ। ਯਾਨੀ ਕਿ ਇਹ ਕੀ ਹੈ, ਵੈਲਿਡਿਟੀ ਸ਼ੋ ਕਰ ਰਿਹਾ ਕਿ ਟੈਸਟ ਹੈ ਜਿਹੜਾ ਉਹ ਵੈਲਿਡ ਹੈ, ਵੇਇੰਗ ਮਸ਼ੀਨ ਵੈਲਿਡ ਹੈ weight ਨੂੰ ਮੇਜ਼ਰ ਕਰਨ ਦੇ ਲਈ। ਤਾਂ ਦੋਨੋਂ ਸਟੇਟਮੈਂਟ ਸਹੀ ਨੇ, ਤੇ ਸੈਕੰਡ ਸਟੇਟਮੈਂਟ ਫਸਟ ਸਟੇਟਮੈਂਟ ਨੂੰ ਪੂਰਾ ਕਰ ਰਹੀ ਹੈ। ਤਾਂ ਇਟ ਮੀਨਸ ਅਸੀਂ ਇਹਦਾ ਆਨਸਰ ਦੇਵਾਂਗੇ ਆਪਸ਼ਨ ਏ, ਯਾਨੀ ਕਿ ਦੋਨੋਂ ਟਰੂ ਨੇ ਐਂਡ ਆਰ ਇਜ਼ ਦਾ ਕਰੈਕਟ ਐਕਸਪਲੇਨੇਸ਼ਨ ਆਫ ਅਸਰਸ਼ਨ ਔਰ ਏ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਅਸਰਸ਼ਨ ਤੇ ਰੀਜ਼ਨ ਦਾ। ਅਸਰਸ਼ਨ ਦਿੱਤੀ ਹੋਈ ਹੈ, ਮੈਨੇਜਮੈਂਟ ਇਨਵੋਲਵਸ ਪਲੈਨਿੰਗ, ਆਰਗੇਨਾਈਜ਼ਿੰਗ, ਐਡਮਿਨਿਸਟਰਿੰਗ ਐਂਡ ਸੁਪਰਵਾਈਜ਼ਿੰਗ ਦਾ ਵਰਕ। ਤਾਂ ਇਹਨਾਂ ਨੇ ਕੀ ਕਿਹਾ ਕਿ ਮੈਨੇਜਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ। ਪਲੈਨਿੰਗ ਕਰਦੇ ਹਾਂ ਅਸੀਂ, ਪਲਾਨ ਕਰਨ ਤੋਂ ਬਾਅਦ ਸਾਰੇ ਕੰਮ ਨੂੰ ਆਰਗੇਨਾਈਜ਼ ਕਰਦੇ ਹਾਂ, ਆਰਗੇਨਾਈਜ਼ ਕਰਨ ਤੋਂ ਬਾਅਦ ਅਸੀਂ ਉਸ ਦੀ ਐਡਮਿਨਿਸਟ੍ਰੇਸ਼ਨ ਪਾਰਟ ਵੱਲ ਜਾਂਦੇ ਹਾਂ, ਅਤੇ ਲਾਸਟ ਜਦੋਂ ਕੰਮ ਸ਼ੁਰੂ ਹੋ ਜਾਂਦਾ, ਚੱਲ ਪੈਂਦਾ, ਤਾਂ ਫਿਰ ਸਾਡਾ ਕੰਮ ਹੁੰਦਾ ਉਸ ਨੂੰ ਸੁਪਰਵਾਈਜ਼ ਕਰਨਾ। ਤਾਂ ਇਹ ਜਿਹੜੀ ਸਟੇਟਮੈਂਟ ਹੈ ਬਿਲਕੁਲ ਸਹੀ ਹੈ, ਜਿਹੜੀ ਫਸਟ ਸਟੇਟਮੈਂਟ ਹੈ ਮੈਨੇਜਮੈਂਟ ਵਾਲੀ। ਤਾਂ ਹੁਣ ਜਾਂਦੇ ਅਸੀਂ ਇਹਦੇ ਰੀਜ਼ਨ ਤੇ। ਰੀਜ਼ਨ ਕੀ ਹੈ ਕਿ ਵੈਲ ਬਿਗਨ ਇਜ਼ ਹਾਫ ਡਨ। ਵੈਲ ਬਿਗਨ ਇਜ਼ ਹਾਫ ਡਨ, ਜੇਕਰ ਤੁਸੀਂ ਚੰਗੀ ਸ਼ੁਰੂਆਤ ਕਰੋਗੇ ਤਾਂ ਸਮਝ ਲਓ ਕਿ ਤੁਹਾਡਾ ਅੱਧਾ ਕੰਮ ਹੋ ਗਿਆ। ਤਾਂ ਇਹ ਕਾਹਦੇ ਨਾਲ ਸੰਬੰਧਿਤ ਹੈ, ਮੈਨੇਜਮੈਂਟ ਦੇ ਨਾਲ ਹੀ ਸੰਬੰਧਿਤ ਹੈ।
ਤਾਂ ਦੋਨੋਂ ਜਿਹੜੀਆਂ ਆਪਸ਼ਨਸ ਨੇ ਸਟੇਟਮੈਂਟਸ ਨੇ ਦੋਨੋਂ ਰਾਈਟ ਨੇ, ਬਟ ਅਸੀਂ ਜਿਹੜੀ ਇਸ ਦੇ ਵਿੱਚ ਸੈਕਿੰਡ ਜਿਹੜੇ ਪਾਰਟ ਹੈ ਬੈਲ ਬਿਗਨ ਇਜ਼ ਹਾਫ ਡਨ, ਤਾਂ ਇਹਨੂੰ ਅਸੀਂ ਉਸ ਦੇ ਪੂਰਤੀ ਲਈ ਨਹੀਂ ਯੂਜ਼ ਕਰ ਸਕਦੇ, ਕਿਉਂਕਿ ਉੱਪਰ ਉਹਨਾਂ ਨੇ ਮੈਨੇਜਮੈਂਟ ਨੂੰ ਸਿਰਫ ਐਕਸਪਲੇਨ ਕੀਤਾ ਹੈ। ਉਹਨਾਂ ਨੇ ਉੱਪਰ ਇਹ ਕਿਤੇ ਨਹੀਂ ਦੱਸਿਆ ਕਿ ਮੈਨੇਜਮੈਂਟ ਹੈ ਜਿਹੜੀ ਗੁੱਡ ਹੈ ਔਰ ਬੈਡ ਹੈ। ਤਾਂ ਮੇਰੇ ਖਿਆਲ ਨਾਲ ਇਹਦਾ ਜਿਹੜਾ ਆਨਸਰ ਬਣਨਾ ਚਾਹੀਦਾ ਹੈ ਉਹ ਬਣਨਾ ਚਾਹੀਦਾ ਹੈ ਆਪਸ਼ਨ ਬੀ, ਕਿ ਬੋਥ ਏ ਤੇ ਆਰ ਟਰੂ ਤਾਂ ਹੈਗੇ ਨੇ ਬਟ ਆਰ ਇਜ਼ ਨਾਟ ਅ ਕਰੈਕਟ ਐਕਸਪਲੇਨੇਸ਼ਨ ਆਫ ਏ, ਕਿਉਂਕਿ ਮੈਨੇਜਮੈਂਟ ਦੇ ਚਾਰੋਂ ਪਾਰਟ ਤਾਂ ਹੈਗੇ ਨੇ, ਪਲੈਨਿੰਗ, ਆਰਗੇਨਾਈਜੇਸ਼ਨ, ਐਡਮਿਨਿਸਟ੍ਰੇਸ਼ਨ ਐਂਡ ਸੁਪਰਵਿਜ਼ਨ। ਤਾਂ ਵਟ ਵੈਲਿਡ ਬਿਗਨ ਇਜ਼ ਹਾਫ ਡਨ ਮੀਨਸ ਜੇ ਅਸੀਂ ਕੰਮ ਸ਼ੁਰੂ ਕਰਾਂਗੇ ਤਾਂ ਇਹ ਚੰਗੀ ਗੱਲ ਹੈ, ਪਰ ਉੱਪਰਲੀ ਸਟੇਟਮੈਂਟ ਨਾਲ ਉਸ ਦਾ ਲਿੰਕ ਨਹੀਂ ਹੈ ਕੋਈ, ਕਿਉਂਕਿ ਮੈਨੇਜਮੈਂਟ ਗੁੱਡ ਔਰ ਬੈਡ ਨਥਿੰਗ ਉੱਪਰ ਦੱਸਿਆ ਨਹੀਂ ਹੋਇਆ ਸਾਨੂੰ। ਜੇ ਗੁੱਡ ਪਲੈਨਿੰਗ ਦਿੱਤਾ ਹੁੰਦਾ ਸਾਨੂੰ ਤਾਂ ਅਸੀਂ ਬੈਲ ਬਿਗਨ ਇਜ਼ ਹਾਫ ਡਨ ਕਹਿ ਸਕਦੇ ਸੀ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਇਹ ਵੀ ਅਸਰਸ਼ਨ ਐਂਡ ਰੀਜ਼ਨ ਦਾ ਅਸਰਸ਼ਨ ਹੈਗੀ ਆ, ਸਪੋਰਟਸ ਹੈਵ ਕਲਚਰਲ ਵੈਲਿਊਜ਼। ਤਾਂ ਜਿਹੜੀਆਂ ਖੇਡਾਂ ਨੇ ਸਾਡੀਆਂ ਉਹਨਾਂ ਦੀ ਸੱਭਿਆਚਾਰਕ ਮਹੱਤਤਾ ਵੀ ਹੈ। ਸਟੇਟਮੈਂਟ ਬਿਲਕੁਲ ਸਹੀ ਹੈ, ਸਾਰੀਆਂ ਦੀਆਂ ਸਾਰੀਆਂ ਸਪੋਰਟਸ ਨੇ ਜਿਹੜੀ ਉਹਨਾਂ ਦੀਆਂ ਕਲਚਰਲ ਵੈਲਿਊਜ਼ ਹੈਗੀਆਂ ਨੇ। ਆਰਚਰੀ ਦੇਖ ਲਓ ਤੁਸੀਂ, ਤਲਵਾਰਬਾਜ਼ੀ ਦੇਖ ਲਓ, ਹੈ ਨਾ, ਐਥਲੈਟਿਕਸ ਦੇ ਵਿੱਚ ਜੈਵਲਿਨ ਦੇਖ ਲਓ, ਤਾਂ ਕਿਤੇ ਨਾ ਕਿਤੇ ਸਾਡੀਆਂ ਕਰਾਟੇ ਦੇਖ ਲਓ, ਜੈਵਲਿਨ ਆਪਣੇ ਇਹ ਸੈਲਫ ਡਿਫੈਂਸ ਐਕਟੀਵਿਟੀਜ਼ ਸੀ ਜਿਹੜੀਆਂ ਜਾਂ ਅਟੈਕਿੰਗ ਐਕਟੀਵਿਟੀਜ਼ ਸੀਗੀਆਂ, ਉਹਨਾਂ ਉਹ ਕਿਸੇ ਨਾ ਕਿਸੇ ਦੇ ਰੂਪ ਵਿੱਚ ਖੇਡਾਂ ਦੇ ਵਿੱਚ ਅਸੀਂ ਵਿਕਸਿਤ ਕੀਤੀਆਂ। ਤਾਂ ਰੀਜ਼ਨ ਦਿੱਤਾ ਏਸ਼ੀਅਨ ਓਲੰਪਿਕ ਗੇਮਸ ਵਰ ਹੈਲਡ ਐਟ ਓਲੰਪੀਆ ਇਨ ਗ੍ਰੀਸ ਇਨ ਆਨਰ ਆਫ ਦੇਅਰ ਗॉड ਜਿਊਸ। ਇਹ ਵੀ ਬਿਲਕੁਲ ਰਾਈਟ ਹੈ ਜੀ, ਕਿ ਜਿਹੜੀਆਂ ਏਸ਼ੀਅਨ ਓਲੰਪਿਕ ਗੇਮਸ ਸੀ ਜਿਹੜੀ ਅਸੀਂ ਡਿਸਕਸ ਕੀਤਾ ਸੀਗਾ ਕਿ 776 BC ਦੇ ਵਿੱਚ ਸਟਾਰਟ ਹੋਈਆਂ ਅਤੇ 394 AD ਦੇ ਵਿੱਚ ਥਿਓਡੋਸਿਸ ਨੇ ਜਿਹੜੇ ਉਹਨੂੰ ਬੈਨ ਕਰਵਾਤਾ ਸੀ, ਥਿਓਡੋਸਿਸ ਬਨ ਨੇ। ਤਾਂ ਦੋਨੋਂ ਸਟੇਟਮੈਂਟ ਸਹੀ ਨੇ ਤੇ ਦੋਨੋਂ ਦਾ ਆਪਸ ਦੇ ਵਿੱਚ ਲਿੰਕ ਵੀ ਹੈ ਕਿ ਸਪੋਰਟਸ ਦੀਆਂ ਕਲਚਰ ਵੈਲਿਊਜ਼ ਨੇ। ਤਾਂ ਕਲਚਰ ਵੈਲਿਊ ਹੇਠ ਉਹਨਾਂ ਨੇ ਦੱਸਤਾ ਕਿ ਗॉड ਜਿਊਸ ਹੈ ਜਿਹੜਾ ਉਹਦੀ ਉਸ 'ਤੇ ਉਹਨੂੰ ਆਪਣਾ ਲਾ ਲਓ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਜਿਹੜੀਆਂ ਖੇਡਾਂ ਨੇ ਓਲੰਪਿਕ ਗੇਮਸ ਉਹ ਸਟਾਰਟ ਕੀਤੀਆਂ ਗਈਆਂ ਸੀ। ਓਲੰਪੀਆ ਇੱਕ ਸ਼ਹਿਰ ਹੈ ਗ੍ਰੀਸ ਦਾ ਜਿੱਥੇ ਸਟਾਰਟ ਕੀਤੀਆਂ ਗਈਆਂ ਸੀ। ਤਾਂ ਦੋਨੋਂ ਟਰੂ ਵੀ ਨੇ ਐਂਡ ਆਰ ਇਜ਼ ਦਾ ਕਰੈਕਟ ਐਕਸਪਲੇਨੇਸ਼ਨ ਆਫ ਏ, ਯਾਨੀ ਕਿ ਇਹਦਾ ਅਸੀਂ ਆਨਸਰ ਲਗਾਵਾਂਗੇ ਆਪਸ਼ਨ ਏ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਹੈ ਜਿਹੜਾ ਸਾਡਾ ਉਹ ਵੀ ਰਿਲੇਟਡ ਹੈ ਅਸਰਸ਼ਨ ਤੇ ਰੀਜ਼ਨ ਦੇ। ਤਾਂ ਇਸ ਦੇ ਵਿੱਚ ਅਸਰਸ਼ਨ ਦਿੱਤੀ ਗਈ ਹੈ ਕਿ ਮਸਲਸ ਆਰ ਮਸ਼ੀਨਸ ਦੈਟ ਕਨਵਰਟ ਕੈਮੀਕਲ ਐਨਰਜੀ ਇਨਟੂ ਮਕੈਨੀਕਲ ਵਰਕ। ਤਾਂ ਜਿਹੜੇ ਮਸਲਸ ਨੇ ਉਹ ਇੱਕ ਤਰ੍ਹਾਂ ਦੀਆਂ ਮਸ਼ੀਨਾਂ ਨੇ ਜਿਹੜੀਆਂ ਕੀ ਕਰਦੀਆਂ ਨੇ ਕੈਮੀਕਲ ਐਨਰਜੀ ਯਾਨੀ ਕਿ ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣਾ ਸਾਡੇ ਅੰਦਰ ਜਾ ਕੇ ਮੈਟਾਬੋਲਾਈਜ਼ ਹੁੰਦਾ। ਮੈਟਾਬੋਲਾਈਜ਼ ਹੋਣ ਤੋਂ ਬਾਅਦ ਜਿਹੜੀ ਐਨਰਜੀ ਹੈ ਸਾਡੇ ਮਸਲਸ ਦੇ ਵਿੱਚ ਉਹ ਕੈਮੀਕਲ ਦੇ ਰੂਪ ਦੇ ਵਿੱਚ ਸਟੋਰ ਹੋ ਕੇ ਬੈਠ ਜਾਂਦੀ ਆ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਕੋਈ ਕੰਮ ਕਰਨਾ ਹੁੰਦਾ ਹੈ ਉਸੇ ਐਨਰਜੀ ਨੂੰ ਅਸੀਂ ਕਾਹਦੇ 'ਚ ਕਨਵਰਟ ਕਰ ਲੈਂਦੇ ਹਾਂ, ਮਕੈਨੀਕਲ ਐਨਰਜੀ ਦੇ ਵਿੱਚ ਜਾਂ ਮਕੈਨੀਕਲ ਵਰਕ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ। ਤਾਂ ਫਸਟ ਸਟੇਟਮੈਂਟ ਹੈ ਜਿਹੜੀ ਉਹ ਬਿਲਕੁਲ ਸਹੀ ਹੈ ਜੀ। ਮਸਲਸ ਨੇ ਜਿਹੜੇ ਉਹ ਮਸ਼ੀਨਸ ਨੇ ਜਿਹੜੇ ਕਿ ਕੀ ਕਰ ਸਕਦੇ ਨੇ ਕੈਮੀਕਲ ਐਨਰਜੀ ਨੂੰ ਮਕੈਨੀਕਲ ਵਰਕ ਦੇ ਵਿੱਚ ਕਨਵਰਟ ਕਰ ਸਕਦੇ ਨੇ। ਤਾਂ ਰੀਜ਼ਨ ਇਹਦਾ ਦਿੱਤਾ ਜੀ ਸਕੈਲੇਟਲ ਮਸਲਸ ਆਰ ਕਾਲਡ ਵੋਲੰਟਰੀ ਮਸਲ। ਹੁਣ ਸੈਕੰਡ ਸਟੇਟਮੈਂਟ ਸਹੀ ਤਾਂ ਹੈਗੀ ਹੈ, ਸਕੈਲੇਟਲ ਮਸਲ ਨੂੰ ਅਸੀਂ ਵੋਲੰਟਰੀ ਮਸਲਸ ਕਹਿੰਦੇ ਹਾਂ, ਯਾਨੀ ਕਿ ਸਾਡੀ ਇੱਛਾ ਦੇ ਨਾਲ ਕੰਮ ਕਰਨ ਵਾਲੇ ਮਸਲ ਨੇ ਜਿਹੜੇ ਸਕੈਲੇਟਲ ਮਸਲ ਨੇ। ਪਰ ਇੱਥੇ ਜਿਹੜਾ ਦੋਨੋਂ ਸਟੇਟਮੈਂਟਸ ਨੇ ਉਹ ਆਪਸ ਦੇ ਵਿੱਚ ਲਿੰਕਡ ਨਹੀਂ ਹੈਗੀਆਂ। ਉੱਪਰਲੀ ਅਲੱਗ ਸਟੇਟਮੈਂਟ ਹੈਗੀਆਂ, ਬੇਸ਼ੱਕ ਦੋਨੋਂ ਮਸਲਸ ਦੇ ਨਾਲ ਰਿਲੇਟਡ ਨੇ ਪਰ ਦੋਨਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਨਹੀਂ ਹੈ ਇੱਥੇ। ਤਾਂ ਇਹਦਾ ਅਸੀਂ ਆਨਸਰ ਲਗਾਵਾਂਗੇ ਕਿ ਦੋਨੋਂ ਸਹੀ ਤਾਂ ਹੈਗੀਆਂ ਨੇ ਪਰ ਦੋਨਾਂ ਦਾ ਆਪਸ ਦੇ ਵਿੱਚ ਲਿੰਕ ਨਹੀਂ, ਯਾਨੀ ਕਿ ਆਰ ਇਜ਼ ਨੋਟ ਦਾ ਕਰੈਕਟ ਐਕਸਪਲੇਨੇਸ਼ਨ ਆਫ ਏ। ਇਹਦਾ ਅਸੀਂ ਆਨਸਰ ਲਗਾਵਾਂਗੇ ਜੀ ਦੂਸਰਾ ਆਪਸ਼ਨ ਬੀ। ਨੈਕਸਟ ਕੁਐਸਚਨ ਤੇ ਜਾਂਦੇ ਹਾਂ ਜੀ। ਨੈਕਸਟ ਕੁਐਸਚਨ ਵੀ ਅਸਰਸ਼ਨ ਤੇ ਰੀਜ਼ਨ ਦਾ। ਅਸਰਸ਼ਨ ਦੇ ਵਿੱਚ ਪਹਿਲੀ ਸਟੇਟਮੈਂਟ ਹੈ ਪੁੱਛਿਆ ਗਿਆ ਕਿ ਇੰਟਰਨਲ ਰੈਸਪੀਰੇਸ਼ਨ ਮੀਨਸ ਦਾ ਐਕਸਚੇਂਜ ਆਫ O2 ਐਂਡ CO2 ਅਕਰੋਸ ਦਾ ਕੈਪਿਲਰੀਜ਼ ਐਂਡ ਸੈੱਲ ਮੈਂਬਰੇਨਸ। ਇਸ ਦੇ ਵਿੱਚ ਜਾਨੀ ਕਿ ਪੁੱਛਿਆ ਗਿਆ ਕਿ ਜਿਹੜਾ ਇੰਟਰਨਲ ਰੈਸਪੀਰੇਸ਼ਨ ਹੈ ਤਾਂ ਰੈਸਪੀਰੇਸ਼ਨ ਬੇਸਿਕਲੀ ਦੋ ਤਰ੍ਹਾਂ ਦਾ ਹੁੰਦਾ, ਐਕਸਟਰਨਲ ਤੇ ਇੰਟਰਨਲ। ਇੰਟਰਨਲ ਰੈਸਪੀਰੇਸ਼ਨ ਜਦੋਂ ਬਲੱਡ ਦੇ ਵਿੱਚੋਂ ਆਕਸੀਜਨ ਜਿਹੜੀ ਹੈ ਸਾਡੇ ਉਹ ਸੈਲਸ ਤੱਕ ਪਹੁੰਚਦੀ ਹੈ ਤਾਂ ਇਹਦੇ ਵਿੱਚ ਉਹੀ ਗੱਲ ਦੱਸੀ ਗਈ ਹੈ ਕਿ ਕੈਪਿਲਰੀਜ਼ ਦੇ ਵਿੱਚ ਜਦੋਂ ਸੈੱਲ ਮੈਂਬਰੇਨ ਦੇ ਵਿੱਚ ਸਾਡੇ ਗੈਸਾਂ ਦਾ ਤਬਾਦਲਾ ਹੁੰਦਾ ਉਹਨੂੰ ਇੰਟਰਨਲ ਰੈਸਪੀਰੇਸ਼ਨ ਕਹਿੰਦੇ ਨੇ। ਤਾਂ ਬਿਲਕੁਲ ਸਹੀ ਸਟੇਟਮੈਂਟ ਹੈ ਜੀ। ਸੈਕਿੰਡ ਸਟੇਟਮੈਂਟ ਰੀਜ਼ਨ ਦਿੱਤੀ ਗਈ ਹੈ ਕਿ ਆਕਸੀਜਨੇਟਡ ਬਲੱਡ ਹੈ ਜਿਹੜਾ ਲੀਵਸ ਲੈਫਟ ਵੈਂਟਰੀਕਲ ਥਰੂ ਆਰਟਾ ਐਂਡ ਕਮਸ ਬੈਕ ਟੂ ਦਾ ਰਾਈਟ ਔਰੀਕਲ ਥਰੂ ਵੈਨਾ ਕਾਵਾ।
ਇਹ ਵੀ ਬਿਲਕੁਲ ਸਹੀ ਸਟੇਟਮੈਂਟ ਹੈ ਇੱਥੇ ਤੱਕ, ਬਟ ਨੈਕਸਟ ਇਹਨਾਂ ਨੇ ਕੀ ਲਿਖਿਆ ਕਿ ਦਿਸ ਸਰਕੂਲੇਸ਼ਨ ਇਜ਼ ਨੋਨ ਐਜ਼ ਪਲਮਨਰੀ ਸਰਕੂਲੇਸ਼ਨ। ਤਾਂ ਜੇ ਤੁਹਾਡੇ ਧਿਆਨ 'ਚ ਹੋਵੇ, ਜਦੋਂ ਅਸੀਂ ਸਰਕੂਲੇਟਰੀ ਸਿਸਟਮ ਪੜ੍ਹਿਆ ਸੀ ਤਾਂ ਉਹਦੇ ਵਿੱਚ ਅਸੀਂ ਨੇ ਪੜ੍ਹਿਆ ਸੀਗਾ ਕਿ ਸਿਸਟੇਮੈਟਿਕ ਸਰਕੂਲੇਸ਼ਨ ਹੁੰਦਾ, ਪਲਮਨਰੀ ਸਰਕੂਲੇਸ਼ਨ ਹੁੰਦਾ ਤੇ ਕਾਰਡੀਅਕ ਸਰਕੂਲੇਸ਼ਨ ਹੁੰਦਾ, ਇੱਕ ਹੈਪਟਿਕ ਪੋਰਟਲ ਵੀ ਹੁੰਦਾ। ਤਾਂ ਉਹਦੇ 'ਚ ਆਪਾਂ ਨੇ ਪੜ੍ਹਿਆ ਸੀਗਾ ਕਿ ਸਿਸਟੇਮੈਟਿਕ ਸਰਕੂਲੇਸ਼ਨ ਜਦੋਂ ਲੈਫਟ ਵੈਂਟਰੀਕਲ ਤੋਂ ਨਿਕਲ ਕੇ ਰਾਈਟ ਔਰੀਕਲ ਵਾਲੇ ਪਾਸੇ ਸਾਡਾ ਬਲੱਡ ਆਉਂਦਾ ਤਾਂ ਅਸੀਂ ਉਹਨੂੰ ਸਿਸਟੇਮੈਟਿਕ ਸਰਕੂਲੇਸ਼ਨ ਕਹਿੰਦੇ ਆ। ਪਲਮਨਰੀ ਸਰਕੂਲੇਸ਼ਨ ਕਿਹੜਾ, ਜਦੋਂ ਸਾਡੇ ਜਿਹੜਾ ਨੀਚੇ ਵਾਲਾ ਰਾਈਟ ਵੈਂਟਰੀਕਲ ਹੈ ਉਹਦੇ ਵਿੱਚੋਂ ਬਲੱਡ ਫੇਫੜਿਆਂ ਦੇ ਵਿੱਚ ਸਾਫ਼ ਹੋਣ ਲਈ ਆਉਂਦਾ ਤੇ ਸਾਫ਼ ਹੋ ਕੇ ਫਿਰ ਸਾਡੇ ਉੱਪਰਲੇ ਖਾਨੇ 'ਚ ਲੈਫਟ ਔਰੀਕਲ ਦੇ ਵਿੱਚ ਆਉਂਦਾ, ਉਸ ਨੂੰ ਅਸੀਂ ਬੋਲਦੇ ਹਾਂ ਪਲਮਨਰੀ ਸਰਕੂਲੇਸ਼ਨ। ਤਾਂ ਇੱਥੇ ਫਸਟ ਸਟੇਟਮੈਂਟ ਬਿਲਕੁਲ ਸਹੀ ਹੈ ਇੰਟਰਨਲ ਰੈਸਪੀਰੇਸ਼ਨ ਵਾਲੀ, ਬਟ ਦੂਸਰੀ ਪਲਮਨਰੀ ਸਰਕੂਲੇਸ਼ਨ ਵਾਲੀ ਸਟੇਟਮੈਂਟ ਹੈ ਜਿਹੜੀ ਉਹ ਗਲਤ ਹੈ। ਤਾਂ ਅਸੀਂ ਇਹਦਾ ਆਨਸਰ ਲਗਾਵਾਂਗੇ ਕਿ ਆਪਸ਼ਨ ਏ ਹੈ ਜਿਹੜੀ ਉਹ ਟਰੂ ਹੈ, ਬਟ ਆਰ ਇਜ਼ ਫਾਲਸ, ਯਾਨੀ ਕਿ ਰਾਈਟ ਆਨਸਰ ਹੈਗਾ ਆਪਸ਼ਨ ਸੀ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਪੁੱਛ ਰਿਹਾ ਹੈ ਕਿ ਆਇਡੈਂਟੀਫਾਈ ਦਾ ਸੀਕੁਐਂਟਲ ਆਰਡਰ ਸਟੇजेस ਆਫ ਹਿਊਮਨ ਗਰੋਥ ਫਰੋਮ ਅਰਲੀ ਟੂ ਲੇਟਰ ਸਟੇजेस। ਤਾਂ ਜਦੋਂ ਅਸੀਂ ਨੇ CDP ਪੜ੍ਹੀ ਸੀ ਉਹਦੇ ਵਿੱਚ ਸਟੇजेस ਬਾਰੇ ਪੜ੍ਹਿਆ ਸੀਗਾ। ਇੱਕ ਬੱਚਾ ਜਿਹੜਾ ਉਹ ਛੋਟਾ ਹੁੰਦਾ ਫਿਰ ਵੱਡਾ ਹੁੰਦਾ, ਤਾਂ ਕਿਹੜੀਆਂ ਸਟੇजेस ਦੇ ਵਿੱਚ ਉਹਨਾਂ ਨੂੰ ਅਸੀਂ ਬੇਸਿਕਲੀ ਜਿਹੜੇ ਡਿਵੈਲਪਮੈਂਟਲ ਦੇ ਉੱਪਰ ਕੰਮ ਕਰਦੇ ਨੇ ਜਿਹੜੇ ਸਾਈਕੋਲੋਜਿਸਟ ਉਹਨਾਂ ਨੇ ਡਿਵਾਈਡ ਕੀਤਾ ਹੋਇਆ। ਤਾਂ ਸਭ ਤੋਂ ਪਹਿਲਾਂ ਜਿਹੜਾ ਆਉਂਦਾ ਉਹ ਇਨਫੈਂਸੀ ਪੀਰੀਅਡ ਆਉਂਦਾ ਜੀ। ਇਨਫੈਂਸੀ ਤੋਂ ਬਾਅਦ ਚਾਈਲਡਹੁੱਡ ਦੇ ਬੇਸਿਕਲੀ ਦੋ ਪਾਰਟ ਹੁੰਦੇ ਨੇ, ਅਰਲੀ ਚਾਈਲਡਹੁੱਡ ਐਂਡ ਲੇਟਰ ਚਾਈਲਡਹੁੱਡ। ਉਸ ਤੋਂ ਬਾਅਦ ਐਡੋਲੋਸੈਂਸ ਆਉਂਦਾ ਤੇ ਉਸ ਤੋਂ ਬਾਅਦ ਐਡਲਟਹੁੱਡ, ਯਾਨੀ ਕਿ ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਏ। ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਕਹਿੰਦਾ ਕਿ ਆਇਡੈਂਟੀਫਾਈ ਦਾ ਸੀਕੁਐਂਟਲ ਆਰਡਰ ਆਫ ਪਾਰਟਿਕੂਲਰ ਲੈਸਨ ਫਰੋਮ ਸਟਾਰਟ ਟੂ ਐਂਡ ਆਫ ਦਾ ਲੈਸਨ। ਤਾਂ ਜੇਕਰ ਤੁਸੀਂ ਨੇ ਲੈਸਨ ਪਲਾਨ ਬਣਾਏ ਹੋਣਗੇ BPEd MPEd ਔਰ BP ਜਾਂ CPEd ਦੇ ਵਿੱਚ, ਤਾਂ ਅਸੀਂ ਉਹਦੇ ਵਿੱਚ ਦੇਖਿਆ ਹੋਊਗਾ ਕਿ ਜਦੋਂ ਵੀ ਤੁਸੀਂ ਕੋਈ ਲੈਸਨ ਪਲਾਨ ਸ਼ੁਰੂ ਕਰਨਾ ਹੈ ਤਾਂ ਉਹ ਧਿਆਨ 'ਚ ਰੱਖੋ ਕਿ ਉੱਥੋਂ ਕਿਹੜੇ ਕੰਮ ਕਰਦੇ ਹੋ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੁੰਦਾ, ਉਹਦੇ 'ਚ ਸਭ ਤੋਂ ਪਹਿਲਾਂ ਵਾਰਮ ਅਪ ਕਰਾਉਣੇ ਆ। ਵਾਰਮ ਅਪ ਕਰਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਟੀਚ ਕਰਦੇ ਹਾਂ ਕਿ ਕਰਨਾ ਕੀ ਹੈ ਤੁਸੀਂ ਨੇ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪ੍ਰੈਕਟਿਸ ਕਰਾਉਣੇ ਆ, ਕਰਕੇ ਦੇਖਦੇ ਹਾਂ ਕਿ ਉਹ ਕਿੰਨਾ ਕੁ ਸਿੱਖੇ ਨੇ। ਲਾਸਟ ਤੇ ਤੋਂ ਰੀਕ੍ਰੀਏਸ਼ਨ ਦੇ ਲਈ ਅਸੀਂ ਉਹਨਾਂ ਦੀ ਲੀਡ ਅਪ ਐਕਟੀਵਿਟੀ ਹੈ ਜਿਹੜੀ ਉਹ ਕਰਵਾ ਦਿੰਦੇ ਹਾਂ, ਯਾਨੀ ਕਿ ਇਸ ਕੁਐਸਚਨ ਦਾ ਰਾਈਟ ਆਨਸਰ ਆਏਗਾ ਆਪਸ਼ਨ ਬੀ। ਵਾਰਮ ਅਪ ਕਰਦੇ ਹਾਂ, ਟੀਚਿੰਗ, ਪ੍ਰੈਕਟਿਸ ਐਂਡ ਲੀਡ ਅਪ ਐਕਟੀਵਿਟੀ। ਨੈਕਸਟ ਕੁਐਸਚਨ ਸਾਡਾ ਹੈਗਾ ਜੀ ਆਇਡੈਂਟੀਫਾਈ ਦਾ ਕਰੈਕਟ ਸੀਕੁਐਂਸ਼ਲ ਆਰਡਰ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਓਲੰਪਿਕ ਐਸੋਸੀਏਸ਼ਨ ਫਰੋਮ ਅਰਲੀਅਰ ਟੂ ਲੇਟਰ। ਤਾਂ ਇਹਦੇ 'ਚ ਪੁੱਛਿਆ ਗਿਆ ਕਿ ਜਿਹੜੀ ਸਾਡੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਬਣੀ ਹੋਈ ਹੈ ਉਸ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਸ਼ੁਰੂ ਤੋਂ ਐਂਡ ਤੱਕ ਦੇ, ਉਹ ਪੁੱਛੇ ਗਏ ਨੇ ਇਸ ਦੇ ਵਿੱਚ। ਤਾਂ ਇਸ ਦੇ ਵਿੱਚ ਜਿਹੜਾ ਇਹਦਾ ਆਨਸਰ ਹੈ ਅਸੀਂ ਪਹਿਲਾਂ ਹੀ ਬੋਲਡ ਕਰਕੇ ਰੱਖਿਆ ਕਿਉਂਕਿ ਇਹ ਤੁਹਾਨੂੰ ਯਾਦ ਹੀ ਕਰਨਾ ਪਏਗਾ। ਸ਼੍ਰੀ ਰਾਜਾ ਭਲੇਂਦਰਾ ਸਿੰਘ ਹੈ 1960 ਤੋਂ 1975, ਫਿਰ BC ਸ਼ੁਕਲਾ ਜੀ ਨੇ 84 ਤੋਂ 87, ਫਿਰ ਸ਼ਿਵਾਂਤੀ ਅਦਿੱਤਿਆਨ ਨੇ 1987 ਤੋਂ 1996, ਫਿਰ ਸੁਰੇਸ਼ ਕਲਮਾਡੀ ਜੀ ਨੇ 1996 ਤੋਂ 2011। ਤਾਂ ਅਗਲੀ ਸਲਾਈਡ ਦੇ ਵਿੱਚ ਅਸੀਂ ਇਹ ਸਾਰੇ ਨੇ ਜਿਹੜੇ ਟੋਟਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਪ੍ਰੈਜ਼ੀਡੈਂਟਸ ਨੇ IO ਦੇ, ਉਹਨਾਂ ਨੂੰ ਲਿਸਟ ਡਾਊਨ ਕੀਤਾ ਹੈ। ਇਹਦਾ ਜਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਸ ਨੂੰ ਆਪਣੀ ਕਾਪੀ ਦੇ ਉੱਪਰ ਨੋਟ ਕਰਕੇ ਰੱਖ ਸਕਦੇ ਹੋ। ਸਭ ਤੋਂ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਦਰਾਬਜੀ ਟਾਟਾ ਸੀ, 1 ਸਾਲ ਰਹੇ 27 ਤੋਂ 28। ਫਿਰ ਮਹਾਰਾਜਾ ਭੁਪਿੰਦਰ ਸਿੰਘ ਜੀ ਬਣਦੇ ਨੇ 1928 ਤੋਂ 1938 ਤੱਕ। ਉਸ ਤੋਂ ਬਾਅਦ ਮਹਾਰਾਜਾ ਯਾਦਵਿੰਦਰਾ ਸਿੰਘ 38 ਤੋਂ 60 ਤੱਕ। ਫਿਰ ਰਾਜਾ ਭਲੇਂਦਰਾ ਸਿੰਘ 60 ਤੋਂ 75 ਤੱਕ। ਫਿਰ ਓਮ ਪ੍ਰਕਾਸ਼ ਮਹਿਰਾ 75 ਤੋਂ 80। ਫਿਰ ਭਲੇਂਦਰਾ ਸਿੰਘ ਜੀ ਨੇ 1980 ਤੋਂ 84। ਫਿਰ BC ਸ਼ੁਕਲਾ 84 ਤੋਂ 87। ਸ਼ਿਵਾਂਤੀ ਅਦਿੱਤਿਆਨ 87 ਤੋਂ 96। ਸੁਰੇਸ਼ ਕਲਮਾਡੀ 96 ਤੋਂ 2011। ਵਿਜੇ ਕੁਮਾਰ ਮਲਹੋਤਰਾ ਨੇ 11 ਤੋਂ 12। ਅਵੇ ਸਿੰਘ ਚੌਟਾਲਾ ਨੇ 12 ਤੋਂ 14। ਨਰੈਣ ਰਾਮਾਚੰਦਰਨ ਨੇ 2014 ਤੋਂ 2017। ਨਰਿੰਦਰ ਧਰੁਵ ਬੱਤਰਾ ਨੇ 17 ਤੋਂ 2022। ਅਨਿਲ ਖੰਨਾ ਨੇ 25 ਮਈ 2022 ਤੋਂ 21 ਅਗਸਤ 2022। ਦਿੱਲੀ ਸੁਮੈਰੀਵਾਲਾ ਨੇ 27 ਅਗਸਤ 2022 ਤੋਂ 10 ਦਸੰਬਰ 2022। ਪ੍ਰੈਜ਼ੈਂਟਲੀ ਜਿਹੜੇ ਇਹਦੇ ਪ੍ਰੈਜ਼ੀਡੈਂਟ ਨੇ ਉਹ ਹੈਗੇ ਨੇ PT ਊਸ਼ਾ ਜੀ, ਜਿਹੜੇ 10 ਦਸੰਬਰ 2022 ਨੂੰ ਬਣੇ ਸੀ। ਤੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਫਸਟ ਵੂਮੈਨ ਪ੍ਰੈਜ਼ੀਡੈਂਟ ਨੇ ਸਾਡੇ IOA ਦੇ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਸਾਡਾ ਹੈਗਾ ਆਇਡੈਂਟੀਫਾਈ ਦਾ ਸੀਕੁਐਂਟਲ ਆਰਡਰ ਆਫ ਕਵਰਿੰਗ ਲੇਅਰਸ ਆਫ ਹਾਰਟ ਮਸਲਸ ਫਰੋਮ ਆਊਟਰ ਟੂ ਇਨਰ। ਤਾਂ ਇਹ ਕੁਐਸਚਨ ਵੀ ਅਸੀਂ ਨੇ ਡਿਸਕਸ ਕੀਤਾ ਸੀਗਾ ਸਾਡੇ ਪਹਿਲਾਂ ਵਾਲੇ ਲੈਕਚਰਾਂ ਦੇ ਵਿੱਚ। ਤਾਂ ਇਸ ਦਾ ਜੇ ਤੁਸੀਂ ਦੇਖੋਗੇ ਕਿ ਜਿਹੜਾ ਦਿਲ ਹੈ ਸਾਡਾ, ਦਿਲ ਦੀਆਂ ਬੇਸਿਕਲੀ ਅਸੀਂ 3 ਪਰਤਾਂ ਸਾਰਿਆਂ ਨੇ ਪੜ੍ਹੀਆਂ ਹੀ ਹੋਣਗੀਆਂ।
ਤਾਂ ਜਿਹੜੀਆਂ ਹੈਗੀਆਂ ਨੇ ਸਭ ਤੋਂ ਬਾਹਰਲੀ ਪਰਤ ਹੈ ਸਾਡੀ ਉਹ ਪੈਰੀਕਾਰਡੀਅਮ ਹੁੰਦੀ ਹੈ, ਅਤੇ ਉਸ ਤੋਂ ਬਾਅਦ ਮਾਇਓਕਾਰਡੀਅਮ ਹੁੰਦੀ ਹੈ, ਉਸ ਤੋਂ ਬਾਅਦ ਐਂਡੋਕਾਰਡੀਅਮ ਹੁੰਦੀ ਹੈ। ਤਾਂ ਨੈਕਸਟ ਸਲਾਈਡ ਦੇ ਵਿੱਚ ਅਸੀਂ ਗ੍ਰਾਫਿਕਲੀ ਦਿੱਤਾ ਹੋਇਆ ਇਹ ਦੇਖ ਸਕਦੇ ਹੋ। ਤਾਂ ਇਹਨਾਂ ਤਿੰਨਾਂ ਲੇਅਰਸ ਦੇ ਬਾਹਰ ਹੈ ਜਿਹੜੀ ਇੱਕ ਲੇਅਰ ਉਹ ਵੀ ਹੁੰਦੀ, ਉਹਨੂੰ ਅਸੀਂ ਬੋਲਦੇ ਆਂਗੇ, ਉਸ ਨੂੰ ਅਸੀਂ ਨਾਮ ਦਿੰਦੇ ਆਂਗੇ ਪੈਰੀਟਲ ਪੈਰੀਕਾਰਡੀਅਮ। ਤਾਂ ਅੱਗੇ ਜਿਹੜੀ ਸਲਾਈਡ ਦਿੱਤੀ ਹੋਈ ਹੈ ਇਹਦੇ ਵਿੱਚ ਤੁਸੀਂ ਇਹਦੀ ਪਿਕਚਰ ਦੇਖ ਸਕਦੇ ਹੋ। ਜਿਹੜੀ ਸਭ ਤੋਂ ਪਹਿਲਾਂ ਲੈਫਟ ਸਾਈਡ ਦੇ ਪੜੋਗੇ ਮਾਇਓਕਾਰਡੀਅਮ ਲਿਖਿਆ ਹੋਇਆ ਅਤੇ ਉਹਦੇ ਉੱਪਰ ਐਂਡੋਕਾਰਡੀਅਮ ਲਿਖਿਆ ਹੋਇਆ। ਤਾਂ ਐਂਡੋਕਾਰਡੀਅਮ ਹੈ ਜਿਹੜੀ ਇਹ ਸਭ ਤੋਂ ਅੰਦਰਲੀ ਲੇਅਰ ਹੈਗੀ ਆ ਸਾਡੇ ਹਾਰਟ ਦੀ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਲੇਅਰ ਆਉਂਦੀ ਹੈ ਸਾਡੀ ਮਾਇਓਕਾਰਡੀਅਮ। ਮਾਇਓਕਾਰਡੀਅਮ ਤੋਂ ਬਾਅਦ ਤੀਜੀ ਜਿਹੜੀ ਬੈਂਗਣੀ ਰੰਗ 'ਚ ਲਿਖੀ ਹੋਈ ਹੈ ਇਹ ਹੈਗੀ ਹੈ ਐਪੀਕਾਰਡੀਅਮ। ਤਾਂ ਉਸ ਤੋਂ ਬਾਅਦ ਹੈ ਜਿਹੜੀ ਉੱਪਰ ਦੇਖੋਗੇ ਬਿਲਕੁਲ ਜਿਹੜੀ ਸਰਦਈ ਲੇਅਰ ਲੱਗੀ ਹੋਈ ਹੈ ਪੈਰੀਕਾਰਡੀਅਲ ਕੈਵਿਟੀ, ਪੈਰੀਕਾਰਡੀਅਲ ਕੈਵਿਟੀ, ਯਾਨੀ ਕਿ ਥੋੜ੍ਹੀ ਖਾਲੀ ਜਗ੍ਹਾ ਆਉਂਦੀ ਹੈ ਇੱਥੇ। ਇਸ ਖਾਲੀ ਜਗ੍ਹਾ ਦੇ ਬਾਹਰ ਫਿਰ ਜਿਹੜੀ ਲੇਅਰ ਹੈ ਉਹ ਸ਼ੁਰੂ ਹੁੰਦੀ ਹੈ ਪੈਰੀਟਲ ਲੇਅਰ ਪੈਰੀਕਾਰਡੀਅਮ ਦੀ, ਅਤੇ ਉਹਦੇ ਉੱਪਰ ਹੁੰਦੀ ਹੈ ਫਾਈਬਰਸ ਪੈਰੀਕਾਰਡੀਅਮ। ਯਾਨੀ ਕਿ ਤਿੰਨ ਲੇਅਰਸ ਨੇ ਜਿਹੜੀਆਂ ਉਹ ਅੰਦਰਲੀ ਸਾਈਡ ਨੇ, ਅਤੇ ਜਿਹੜੀ ਕੈਵਿਟੀ ਹੈ ਕੈਵਿਟੀ ਤੋਂ ਬਾਹਰ ਇੱਕ ਲੇਅਰ ਹੁੰਦੀ ਹੈ ਜਿਹੜੀ ਨੂੰ ਪੈਰੀਟਲ ਅਸੀਂ ਪੈਰੀਕਾਰਡੀਅਮ ਬੋਲ ਦਿੰਦੇ ਹਾਂ। ਸਭ ਤੋਂ ਅੰਦਰ ਮਾਇਓਕਾਰਡੀਅਮ ਹੈ ਐਂਡੋਕਾਰਡੀਅਮ ਹੈ। ਐਂਡੋਕਾਰਡੀਅਮ ਦੇ ਉੱਪਰ ਫਿਰ ਮਾਇਓਕਾਰਡੀਅਮ ਆਉਂਦੀ ਹੈ, ਮਾਇਓਕਾਰਡੀਅਮ ਦੇ ਉੱਪਰ ਫਿਰ ਐਪੀਕਾਰਡੀਅਮ ਆਉਂਦੀ ਹੈ। ਫਿਰ ਐਪੀਕਾਰਡੀਅਮ ਹੈ ਜਿਹੜੀ ਉਹਦੇ ਬਾਹਰ ਥੋੜ੍ਹੀ ਕੈਵਿਟੀ ਹੁੰਦੀ ਹੈ, ਕੈਵਿਟੀ ਤੋਂ ਬਾਅਦ ਜਿਹੜੀ ਲੇਅਰ ਆਉਂਦੀ ਹੈ ਉਹ ਪੈਰੀਟਲ ਲੇਅਰ ਆਫ ਸੀਰੀਸ ਪੈਰੀਕਾਰਡੀਅਮ, ਅਤੇ ਉਸ ਦੇ ਬਾਹਰ ਹੁੰਦੀ ਹੈ ਸਭ ਤੋਂ ਉਹ ਹੁੰਦੀ ਹੈ ਫਾਈਬਰਸ ਪੈਰੀਕਾਰਡੀਅਮ। ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਸਾਡਾ ਜਿਹੜਾ ਹੈਗਾ ਉਹ ਹੈਗਾ ਸੀਕੁਐਂਸ ਪੁੱਛੀ ਗਈ ਹੈ ਇਸ ਦੇ ਵਿੱਚ ਓਲੰਪਿਕ ਗੇਮਸ ਦੀ, ਕਿ ਓਲੰਪਿਕ ਗੇਮਸ ਨੇ ਜਿਹੜੀਆਂ ਉਹ ਕਿਹੜੀ ਸਿਟੀਜ਼ ਦੇ ਵਿੱਚ ਨੇ ਜਿਹੜੀਆਂ ਔਰਗਨਾਈਜ਼ ਕੀਤੀਆਂ ਗਈਆਂ। ਤਾਂ ਔਰਗਨਾਈਜ਼ਿੰਗ ਦੇਖ ਲੈਂਦੇ ਅਸੀਂ। ਤਾਂ ਅਟਲਾਂਟਾ ਓਲੰਪਿਕਸ ਨੇ, ਬਾਰਸੀਲੋਨਾ, ਸਿਓਲ ਹੈ ਅਤੇ ਸਿਡਨੀ ਹੈ। ਤਾਂ ਸਿਓਲ ਓਲੰਪਿਕਸ ਹੈ ਜਿਹੜੀ ਉਹ ਹੋਈ ਸੀਗੀ 1988 ਦੇ ਵਿੱਚ, ਬਾਰਸੀਲੋਨਾ ਹੋਈ ਹੈ 1992 ਦੇ ਵਿੱਚ, ਅਟਲਾਂਟਾ ਹੋਈ ਹੈ 1996 ਦੇ ਵਿੱਚ, ਅਤੇ ਸਿਡਨੀ ਓਲੰਪਿਕ ਹੋਈ ਹੈ 2000 ਦੇ ਵਿੱਚ। ਤਾਂ ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਬੀ। ਨੈਕਸਟ ਸਲਾਈਡ ਦੇ ਵਿੱਚ ਜੀ ਅਸੀਂ ਨੇ ਸਾਰੀਆਂ ਓਲੰਪਿਕ ਗੇਮਸ ਦਿੱਤੀਆਂ ਨੇ ਕਿ ਕਿਹੜੀ ਓਲੰਪਿਕ ਗੇਮ ਹੈ ਜਿਹੜੀ ਕਿਹੜੇ ਸ਼ਹਿਰ ਦੇ ਵਿੱਚ ਹੋਈ। ਤਾਂ ਤੁਸੀਂ ਇਹ ਦੇਖ ਸਕਦੇ ਹੋ। ਸਲਾਈਡ ਹੈ ਜਿਹੜੀ ਇਸ ਨੂੰ ਨੋਟ ਡਾਊਨ ਕਰ ਲਿਓ ਅਤੇ ਜਾਂ ਫਿਰ ਸਕਰੀਨਸ਼ਾਟ ਲੈ ਲਿਓ। ਤਾਂ ਇਹਦੇ ਦੋ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ ਤੁਸੀਂ ਨੇ। ਇੱਕ ਤਾਂ ਜਿਹੜੀ ਫਸਟ ਹੈਗੀ ਆ ਸਾਡੀ ਉਹ ਏਥਨਸ ਦੇ ਵਿੱਚ ਹੋਈਆਂ ਸੀ ਗੇਮਸ, ਅਤੇ ਇਹਦੇ ਵਿੱਚ ਸਿਰਫ ਲੜਕਿਆਂ ਨੇ ਭਾਗ ਲਿਆ ਸੀ। ਲੜਕੀਆਂ ਨੇ ਪਹਿਲੀ ਵਾਰ ਭਾਗ ਲਿਆ ਸੀਗਾ ਜੀ ਪੈਰਿਸ ਓਲੰਪਿਕਸ ਦੇ ਵਿੱਚ, ਜਿਹੜੀਆਂ ਕਿ ਹੋਈਆਂ ਸੀ 1900 ਦੇ ਵਿੱਚ। ਇਹ ਯਾਦ ਰੱਖਣ ਵਾਲੀਆਂ ਗੱਲਾਂ ਨੇ। ਅਤੇ ਜਿਹੜੀਆਂ ਗੇਮਸ ਨੇ ਉਹ ਕੈਂਸਲ ਹੋਈਆਂ ਸੀ ਸਭ ਤੋਂ ਪਹਿਲਾਂ 1916 ਦੇ ਵਿੱਚ, ਜਿਹੜੀਆਂ ਕਿ ਬਰਲਿਨ ਦੇ ਵਿੱਚ ਹੋਣੀਆਂ ਸੀ। ਉਸ ਤੋਂ ਬਾਅਦ 1940 ਦੇ ਵਿੱਚ ਕੈਂਸਲ ਹੋਈਆਂ ਜਿਹੜੀਆਂ ਕਿ ਟੋਕੀਓ ਦੇ ਵਿੱਚ ਹੋਣੀਆਂ ਸੀ। ਉਸ ਤੋਂ ਬਾਅਦ 1944 ਦੀਆਂ ਕੈਂਸਲ ਹੋਈਆਂ ਜਿਹੜੀਆਂ ਕਿ ਲੰਡਨ ਦੇ ਵਿੱਚ ਹੋਣੀਆਂ ਸੀ। ਉਸ ਤੋਂ ਬਾਅਦ ਰੀਸੈਂਟਲੀ 2020 ਵਾਲੀਆਂ ਨੇ ਦੁਬਾਰਾ ਟੋਕੀਓ ਓਲੰਪਿਕਸ, ਉਹ ਥੋੜ੍ਹੀਆਂ ਲੇਟ ਹੋਈਆਂ ਨੇ ਡਿਊ ਟੂ ਕਰੋਨਾ ਵਾਇਰਸ। ਤਾਂ ਇਹ ਸੀ ਜਿਹੜੀਆਂ ਓਲੰਪਿਕ ਗੇਮਸ ਨੇ ਹੁਣ ਤੱਕ ਕੈਂਸਲ ਹੋਈਆਂ। ਤਾਂ ਇਹ ਵੀ ਯਾਦ ਰੱਖਿਓ ਕਿ ਓਲੰਪਿਕ ਗੇਮਸ ਨੇ ਜਿਹੜੀਆਂ ਉਹਨਾਂ ਨੂੰ ਦੋ ਭਾਗਾਂ 'ਚ ਵੰਡਿਆ ਗਿਆ, ਸਮਰ ਓਲੰਪਿਕਸ ਐਂਡ ਵਿੰਟਰ ਓਲੰਪਿਕਸ। ਤਾਂ ਸਮਰ ਓਲੰਪਿਕਸ ਜਿਹੜੀਆਂ ਪੁਰਾਣੀ ਤੋਂ ਚੱਲਦੀਆਂ ਰਹੀਆਂ ਸੀ, ਪਰ ਵਿੰਟਰ ਓਲੰਪਿਕਸ ਖਾਸ ਕਰ ਉਹਨਾਂ ਦੇਸ਼ਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਜਿਹੜੇ ਦੇਸ਼ਾਂ ਦੇ ਵਿੱਚ ਬਰਫ਼ ਜ਼ਿਆਦਾ ਪੈਂਦੀ ਸੀ ਅਤੇ ਉਹ ਨੋਰਮਲ ਜਿਹੜੀ ਇਹ ਗੇਮਸ ਨੇ ਉਹਨਾਂ ਦੀ ਪ੍ਰੈਕਟਿਸ ਨਹੀਂ ਕਰ ਸਕਦੇ। ਤਾਂ 1924 ਦੇ ਵਿੱਚ ਪਹਿਲੀ ਵਾਰ ਵਿੰਟਰ ਓਲੰਪਿਕਸ ਸੀ ਜਿਹੜੀਆਂ ਉਹ ਵੀ ਸਟਾਰਟ ਕੀਤੀਆਂ ਗਈਆਂ। ਤਾਂ ਪੈਰਿਸ ਦੇ ਵਿੱਚ ਚੈਮੋਨਿਕਸ ਦੇ ਵਿੱਚ ਪਹਿਲੀ ਵਾਰ ਵਿੰਟਰ ਓਲੰਪਿਕਸ ਕਰਵਾਈਆਂ ਗਈਆਂ ਸੀ। ਤਾਂ 1992 ਤੱਕ ਮੇਰਾ ਖਿਆਲ ਹੈ ਇਹ ਦੋਨੋਂ ਗੇਮਸ ਨੇ ਜਿਹੜੀਆਂ ਪੈਰਲਲ ਚੱਲਦੀਆਂ ਰਹੀਆਂ, ਪਰ ਫਿਰ ਉਸ ਤੋਂ ਬਾਅਦ ਇਹਨਾਂ 'ਚ 2 ਸਾਲ ਦਾ ਡਿਫਰੈਂਸ ਪਾਤਾ ਸੀਗਾ 1992 ਦੇ ਵਿੱਚ ਆ ਕੇ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਸਾਡਾ ਆਈਡੈਂਟੀਫਾਈ ਦਾ ਰੂਟ ਆਫ ਆਕਸੀਜਨ ਟਰਾਂਸਪੋਰਟ ਇਨ ਦਾ ਬੋਡੀ ਫਰੋਮ ਅਰਲੀਅਰ ਟੂ ਲੇਟਰ। ਤਾਂ ਇਹਦੇ 'ਚ ਅਸੀਂ ਦੱਸਣਾ ਕਿ ਆਕਸੀਜਨ ਟਰਾਂਸਪੋਰਟ ਕਿਵੇਂ ਹੁੰਦੀ ਹੈ, ਸਭ ਤੋਂ ਪਹਿਲਾਂ ਕਿੱਥੇ ਆਉਂਦੀ ਹੈ, ਫਿਰ ਕਿੱਥੇ ਜਾਂਦੀ ਹੈ। ਤਾਂ ਹਵਾ ਹੈ ਜਿਹੜੀ ਸਭ ਤੋਂ ਪਹਿਲਾਂ ਅਸੀਂ ਨੱਕ ਰਾਹੀਂ ਅੰਦਰ ਲੈ ਕੇ ਜਾਂਦੇ ਹਾਂ, ਫਿਰ ਟਰੈਕੀਆ ਤੋਂ ਬਾਅਦ ਸਾਡੇ ਲੰਗਸ ਦੇ ਵਿੱਚ ਐਲਬਿਊਲੋਇਜ਼ ਹੁੰਦੇ ਨੇ, ਐਲਬਿਊਲੋਇਜ਼ ਦੇ ਵਿੱਚ ਜਾਂਦੀ ਹੈ। ਐਲਬਿਊਲੋਇਜ਼ ਦੇ ਵਿੱਚੋਂ ਗੈਸਿਜ ਐਕਸਚੇਂਜ ਹੋਣ ਤੋਂ ਬਾਅਦ ਜਿਹੜੀ ਆਕਸੀਜਨ ਕੈਰੀ ਕਰਦੇ ਨੇ ਆਰਟਰੀਜ਼ ਦੇ ਵਿੱਚ ਚਲੀ ਜਾਂਦੀ ਹੈ। ਆਰਟਰੀਜ਼ ਨੇ ਜਿਹੜੀਆਂ ਉਹ ਪਿਓਰ ਬਲੱਡ ਨੂੰ ਸਾਡੇ ਹਾਰਟ ਦੇ ਵਿੱਚ ਲੈ ਕੇ ਜਾਂਦੀਆਂ ਨੇ। ਹਾਰਟ ਹੈ ਜਿਹੜਾ ਉਹ ਬਲੱਡ ਦੇ ਥਰੂ ਪੂਰੀ ਬੋਡੀ ਦੇ ਵਿੱਚ ਸਰਕੂਲੇਟ ਕਰਦਾ ਹੈ। ਤਾਂ ਇਹਦਾ ਰਾਈਟ ਆਨਸਰ ਹੋਏਗਾ ਜੀ ਆਪਸ਼ਨ ਸੀ, ਪਹਿਲਾਂ ਟਰੈਕੀਆ, ਫਿਰ ਐਲਬਿਊਲੋਈ, ਫਿਰ ਆਰਟਰੀ, ਫਿਰ ਹਾਰਟ ਐਂਡ ਦੈਨ ਬਲੱਡ। ਮੂਵ ਕਰਦੇ ਹਾਂ ਜੀ ਅਸੀਂ ਨੈਕਸਟ ਕੁਐਸਚਨ ਦੇ ਵੱਲ। 2 ਲਿਸਟਾਂ ਦਿੱਤੀਆਂ ਹੋਈਆਂ ਨੇ ਜਿਹਨੂੰ ਆਪਸ ਦੇ ਵਿੱਚ ਮੈਚ ਕਰਨਾ ਹੈ। ਤਾਂ ਡੇਵਿਸ ਕੱਪ ਹੈ ਜਿਹੜਾ
ਡੇਵਿਸ ਕੱਪ ਹੈ ਟੈਨਿਸ ਦਾ, ਤਾਂ ਇਹਦੇ ਪਿੱਛੇ ਅਸੀਂ ਈਅਰ ਲਿਖਿਆ 1900 ਦੇ ਵਿੱਚ ਸਟਾਰਟ ਹੋਇਆ ਸੀ। BC ਗੁਪਤਾ ਟਰੋਫੀ ਹੈ ਜਿਹੜੀ ਇਹ ਬਾਸਕਟਬਾਲ ਦੀ ਹੀ ਹੈ। CK ਨਾਇਡੂ ਟਰੋਫੀ ਹੈ ਜਿਹੜੀ ਇਹ ਕ੍ਰਿਕਟ ਦੀ ਹੈ, 2006-07 ਦੇ ਵਿੱਚ ਸ਼ੁਰੂ ਹੋਈ। ਉਬੇਰ ਕੱਪ ਹੈ ਜਿਹੜਾ ਇਹ ਬੈਡਮਿੰਟਨ ਦਾ ਹੈ, ਜਿਹੜਾ ਕਿ 1956 ਦੇ ਵਿੱਚ ਸ਼ੁਰੂ ਹੋਇਆ। ਤਾਂ ਜਿਹੜੇ ਇਹ ਨੇ ਇਹਦੇ ਆਨਸਰ ਨੇ ਜਿਹੜੇ ਮੈਚਿੰਗ ਲਿਸਟ ਆ ਉਹ ਬਿਲਕੁਲ ਸਾਹਮਣੇ ਦਿੱਤੇ ਹੋਏ ਨੇ। ਤਾਂ ਇਹਦਾ ਰਾਈਟ ਆਨਸਰ ਨੇ ਜਿਹੜੇ ਬਿਲਕੁਲ ਪਹਿਲੇ ਦਾ A, ਦੂਸਰੇ ਦਾ B, ਤੀਸਰੇ ਦਾ C ਤੇ ਚੌਥੇ ਦਾ D। ਨੈਕਸਟ ਕੁਐਸਚਨ ਤੇ ਜਾਂਦੇ ਆ ਜੀ। ਨੈਕਸਟ ਕੁਐਸਚਨ ਹੈ ਜਿਹੜਾ ਸਾਡਾ, ਇਹ ਵੀ ਦੋ ਲਿਸਟਾਂ ਦਿੱਤੀਆਂ ਹੋਈਆਂ ਨੇ, ਦੋਨਾਂ ਲਿਸਟਸ ਨੂੰ ਜਿਹੜਾ ਅਸੀਂ ਨੇ ਉਹ ਮੈਚ ਕਰਨਾ ਹੈ। ਤਾਂ ਲਿਸਟ 1 ਦੇ ਵਿੱਚ ਗੇਮਸ ਦੇ ਨਾਮ ਦਿੱਤੇ ਹੋਏ ਨੇ, ਤੇ ਲਿਸਟ ਦੂਸਰੀ ਆ ਜਿਹੜੀ ਆਈਟਮ ਸੈਕਿੰਡ, ਉਸ ਦੇ ਵਿੱਚ ਉਹਨਾਂ ਨੇ 4 ਟਰਮਾਂ ਦਿੱਤੀਆਂ ਹੋਈਆਂ ਨੇ ਕਿ ਕਿਹੜੀ ਕਿਹੜੀ ਗੇਮ ਨਾਲ ਕਿਹੜੀ ਸੰਬੰਧਿਤ ਹੈਗੀ ਆ। ਤਾਂ ਬਾਸਕਟਬਾਲ ਪਹਿਲਾਂ ਦਿੱਤੀ ਹੈ। ਬਾਸਕਟਬਾਲ ਦੇ ਨਾਲ ਸੰਬੰਧਿਤ ਹੈਗੀ ਆ ਜੀ ਪੀਵਟ ਫੁੱਟ ਬਣਾਉਣੇ ਆ ਅਸੀਂ, ਕਿ ਜਦੋਂ ਪਾਸ ਲੈਣ ਤੋਂ ਬਾਅਦ ਜਾਂ ਡਰਿਬਲ ਕਰਨ ਤੋਂ ਬਾਅਦ ਅਸੀਂ ਬਾਲ ਦੋਨੇ ਹੱਥਾਂ ਦੇ ਵਿੱਚ ਚੁੱਕ ਲੈਂਦੇ ਆ। ਤਾਂ ਉਸ ਤੋਂ ਬਾਅਦ ਅਸੀਂ ਦੋਨੋਂ ਪੈਰ ਨੇ ਜਿਹੜੇ ਉਹ ਨਹੀਂ ਹਿਲਾ ਸਕਦੇ, ਇੱਕ ਪੈਰ ਹਿਲਾ ਸਕਦੇ ਆ, ਦੂਸਰੇ ਪੈਰ ਨੂੰ ਪੀਵਟ ਬਣਾ ਸਕਦੇ ਆ। ਤਾਂ ਬਾਸਕਟਬਾਲ ਦੇ ਵਿੱਚ ਪੀਵਟ ਯੂਜ਼ ਕੀਤਾ ਜਾਂਦਾ ਹੈ। ਬੈਡਮਿੰਟਨ ਦੇ ਵਿੱਚ ਲੈਟ ਯੂਜ਼ ਕੀਤਾ ਜਾਂਦਾ ਜਦੋਂ ਕਿਸੇ ਕਾਰਨ ਕਰਕੇ ਰੀਸਰਵਿਸ ਕਰਨੀ ਹੈ। ਕ੍ਰਿਕਟ ਦੇ ਨਾਲ ਸੰਬੰਧਿਤ ਹੈਗਾ ਐਸਐਸ ਸੀਰੀਜ਼, ਤੇ ਚੈਸ ਦੇ ਨਾਲ ਸੰਬੰਧਿਤ ਹੈਗਾ ਰੂਕ ਵਰਡ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਦੇ ਵਿੱਚ ਹੈਗਾ ਆਈਟਮ 1 ਤੇ ਆਈਟਮ 2 ਨੂੰ ਦੋਨਾਂ ਦੇ ਮਿਲਾਉਣਾ ਹੈ। ਤਾਂ ਬੈਡਮਿੰਟਨ ਦਾ ਕੱਪ ਕਿਹੜਾ ਹੈ, ਬੇਸਿਕਲੀ ਟਰੋਫੀਜ਼ ਦਿੱਤੀਆਂ ਹੋਈਆਂ ਨੇ। ਬੈਡਮਿੰਟਨ ਦੀ ਟਰੋਫੀ ਹੈਗੀ ਆ ਜੋਨੈਕਸ ਕੱਪ। ਉਸ ਤੋਂ ਬਾਅਦ ਸਾਡੇ ਕੋਲੇ ਫੁੱਟਬਾਲ ਹੈ, ਫੁੱਟਬਾਲ ਦੀ ਹੈਗੀ ਆ ਜੀ BC ਰॉय ਟਰੋਫੀ। ਕ੍ਰਿਕਟ ਦੀ ਹੈਗੀ ਆ ਇਰਾਨੀ ਟਰੋਫੀ, ਤੇ ਟੈਨਿਸ ਦਾ ਹੈਗਾ ਗ੍ਰੈਂਡ ਪ੍ਰਿਕਸ। ਨੈਕਸਟ ਕੁਐਸਚਨ ਤੇ ਜਾਂਦੇ ਆ ਜੀ। ਆਈਟਮ 1 ਐਂਡ ਆਈਟਮ 2 ਨੂੰ ਮੈਚ ਕਰਨਾ। ਇੱਕ ਪਾਸੇ ਓਲੰਪਿਕਸ ਦੇ ਨਾਲ ਰਿਲੇਟਡ ਕੁਝ ਸ਼ਬਦ ਦਿੱਤੇ ਹੋਏ ਨੇ, ਦੂਸਰੀ ਸਾਈਡ ਉਹਨਾਂ ਦੇ ਆਨਸਰ ਨੇ। ਤਾਂ ਓਲੰਪਿਕਸ ਪਹਿਲਾ ਹੈ ਓਲੰਪਿਕਸ ਬੇਸਿਕਲੀ ਕੀ ਹੈ, ਇੱਕ ਕੰਪੀਟੀਸ਼ਨ ਹੈ। ਦੂਸਰਾ ਹੈ ਓਲੰਪੀਆ ਇੱਕ ਸਿਟੀ ਦਾ ਨਾਮ ਹੈ। ਤੀਸਰਾ ਹੈ ਜੀ ਓਲੰਪੀਆਡ ਆ ਜਿਹੜਾ ਇਹ ਦੋ ਓਲੰਪਿਕਸ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਹੈ ਉਸ ਨੂੰ ਬੋਲਦੇ ਨੇ। ਚੌਥਾ ਹੈ ਓਲੀਵ ਹੈ ਜਿਹੜਾ ਇਹ ਇੱਕ ਦਰਖਤ ਦਾ ਨਾਮ ਹੈ। ਇਸ ਦੇ ਜਿਹੜੇ ਪੱਤਿਆਂ ਦਾ ਜਿਹੜਾ ਤਾਜ ਬਣਾ ਕੇ ਪੁਰਾਣੀਆਂ ਓਲੰਪਿਕਸ ਦੇ ਵਿੱਚ ਜੇਤੂਆਂ ਦੇ ਸਿਰ ਦੇ ਉੱਪਰ ਪਹਿਨਾਇਆ ਜਾਂਦਾ ਸੀ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਨੈਕਸਟ ਕੁਐਸਚਨ ਦੇ ਵਿੱਚ 4 ਫੈਡਰੇਸ਼ਨਸ ਦੇ ਨਾਮ ਨੇ ਜਿਹੜੇ ਉਹ ਸਾਨੂੰ ਦਿੱਤੇ ਹੋਏ ਨੇ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਦਿੱਤਾ ਗਿਆ ਉਹ ਹੈਗਾ ਜੀ ਫਿਲਾ, ਫਿਰ ਹੈਗਾ IAAF, ਫਿਰ ਹੈਗਾ IHF, ਫਿਰ ਹੈਗਾ FIFA। ਤਾਂ ਇਹਦੀ ਅਸੀਂ ਗੱਲ ਕਰ ਲਈਏ ਫਿਲਾ ਜਿਹੜੀ ਅਸੀਂ ਸੰਬੰਧਿਤ ਕਾਹਦੇ ਨਾਲ ਹੈ, ਤਾਂ ਫਿਲਾ ਸੰਬੰਧਿਤ ਹੈਗੀ ਹੈ ਜੀ ਰੈਸਲਿੰਗ ਦੇ ਨਾਲ। ਇਹਦੀ ਫੁੱਲ ਫਾਰਮ ਅਸੀਂ ਨੀਚੇ ਲਿਖੀ ਹੈ, ਫੈਡਰੇਸ਼ਨ ਇੰਟਰਨੈਸ਼ਨਲ ਡੀ ਲੁਟੇਸ ਐਸੋਸੀਏਸ। ਦੂਸਰੀ ਹੈਗੀ ਹੈ IAAF, ਇਹਦੀ ਫੁੱਲ ਫਾਰਮ ਹੈਗੀ ਹੈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕ ਫੈਡਰੇਸ਼ਨ। ਇਹ 1912 ਦੇ ਵਿੱਚ ਐਮਚੋਰ ਦੇ ਨਾਂ ਹੇਠਾਂ ਬਣੀ ਸੀ। 2001 ਦੇ ਵਿੱਚ ਇਹਦਾ ਨਾਮ ਹੈ ਜਿਹੜਾ ਉਹ ਮੇਰਾ ਖਿਆਲ ਰਿਵਾਈਜ਼ ਕਰਕੇ IAAF ਜਿਹੜਾ ਪ੍ਰੈਜ਼ੈਂਟ ਲਿਖਿਆ ਹੋਇਆ ਇਹ ਕਰਤਾ ਸੀ। ਤੇ ਉਸ ਤੋਂ ਬਾਅਦ ਹੈਗਾ ਜੀ IHF ਇੰਟਰਨੈਸ਼ਨਲ ਹਾਕੀ ਫੈਡਰੇਸ਼ਨ, ਇਹਦੀ ਫੁੱਲ ਫਾਰਮ। FIFA ਦੀ ਫੁੱਲ ਫਾਰਮ ਹੈਗੀ ਹੈ ਫੈਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ। ਤਾਂ ਇਹ ਚਾਰੋਂ ਜਿਹੜੇ ਹੈਗੇ ਨੇ ਕਿਹੜੀ ਗੇਮ ਨਾਲ ਸੰਬੰਧਿਤ ਨੇ ਫੁੱਲ ਫਾਰਮਸ ਨੇ ਉਹ ਪੁੱਛੀਆਂ ਗਈਆਂ ਨੇ। ਨੈਕਸਟ ਕੁਐਸਚਨ ਤੇ ਚੱਲਦੇ ਹਾਂ, ਜਿਹਦੇ ਵਿੱਚ ਵੀ 2 ਆਈਟਮਸ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਆਪਸ ਦੇ ਵਿੱਚ ਅਸੀਂ ਮੈਚ ਕਰਨਾ ਹੈ। ਤਾਂ ਇਹ PSTET ਦੇ ਨਾਲ ਰਿਲੇਟਡ ਕੁਐਸਚਨ ਵੀ ਬਣਦਾ। ਅਲਟੀਅਸ ਨੂੰ ਤੁਸੀਂ ਐਲਟੀਟਿਊਡ ਦੇ ਨਾਲ ਜੋੜ ਕੇ ਦੇਖ ਸਕਦੇ ਹੋ। ਇਹ ਤਿੰਨ ਇਸ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਸਾਡਾ ਮੋਟੋ ਹੈਗਾ ਓਲੰਪਿਕ ਗੇਮਸ ਦਾ, ਤੇ ਚੌਥਾ ਸਾਡੇ ਮਸਲਸ ਦਾ ਨਾਮ ਹੈ ਇੱਕ ਵੀ ਦਿੱਤਾ ਹੋਇਆ। ਅਲਟੀਅਸ ਮੀਨਸ ਐਲਟੀਟਿਊਡ ਦਾ ਮਤਲਬ ਹੁੰਦਾ ਹੈ ਉੱਚਾ, ਤਾਂ ਐਲਟੀਅਸ ਦਾ ਜਿਹੜਾ ਉੱਤਰ ਆਏਗਾ ਉਹ ਆਏਗਾ ਹਾਈਅਰ। ਫੋਰਟੀਅਸ F ਤੋਂ ਤੁਸੀਂ ਫੋਰਸ ਸ਼ਬਦ ਜੋੜ ਸਕਦੇ ਹੋ। ਫੋਰਟੀਅਸ ਮੀਨਸ ਫੋਰਸ ਦਾ ਮਤਲਬ ਸਟਰੋਂਗਰ, ਤਾਂ ਇਹਦਾ ਦੂਸਰਾ ਮਿਲੇਗਾ D ਦੇ ਨਾਲ। ਤੀਸਰਾ ਹੈ ਗਲੂਟੀਅਸ ਮਸਲ ਦਾ ਨਾਮ ਹੈ ਇੱਕ ਦਾ। ਚੌਥਾ ਹੈ ਸੇਟੀਅਸ ਹੈ ਜਿਹੜਾ ਸਾਡਾ ਇਹ ਜੁੜੇਗਾ ਫਾਸਟਰ ਦੇ ਨਾਲ। ਉਸ ਤੋਂ ਬਾਅਦ ਆ ਗਿਆ ਨੈਕਸਟ ਕੁਐਸਚਨ ਜੀ। ਇਸ ਦੇ ਵਿੱਚ ਵੀ 2 ਆਈਟਮਸ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਆਪਸ ਦੇ ਵਿੱਚ ਅਸੀਂ ਨੇ ਮੈਚ ਕਰਨਾ ਹੈ। ਤਾਂ ਪਹਿਲਾ ਹੈਗਾ NSNIS, ਇਹ 1961 ਦੇ ਵਿੱਚ ਬਣਿਆ ਸੀ, ਤੇ ਇਹ ਹੈਗਾ ਜੀ ਪਟਿਆਲੇ। ਉਸ ਤੋਂ ਬਾਅਦ ਹੈਗਾ ਸਾਈ ਹੈ ਜਿਹੜਾ ਇਹ 1984 ਦੇ ਵਿੱਚ ਬਣਿਆ ਸੀ, ਤੇ ਸਾਈ ਹੈ ਜਿਹੜਾ ਇਹ ਹੈਗਾ ਜੀ ਸਾਡੇ ਦਿੱਲੀ। ਤੇ ਅੱਜ ਕੱਲ੍ਹ ਸਾਈ ਦਾ ਨਾਮ ਬਦਲ ਕੇ ਜਿਹੜਾ ਸਪੋਰਟਸ ਇੰਡੀਆ ਕਰਤਾ ਸੀ ਰਾਜਿਆਵਰਧਨ ਰਾਠੌਰ ਜੀ ਨੇ। YMCA ਯੰਗ ਮੈਨ ਕ੍ਰਿਸਚੀਅਨ ਐਸੋਸੀਏਸ਼ਨ ਹੈ ਜਿਹੜੀ ਇਹ 1920 ਦੇ ਵਿੱਚ ਬਣੀ ਸੀ, ਚੇਨਈ ਦੇ ਵਿੱਚ SC ਬਕ ਨੇ ਬਣਾਈ ਸੀ।
LNIPE ਇਹ ਇੱਕ ਕਾਲਜ ਆ ਫਿਜ਼ੀਕਲ ਐਜੂਕੇਸ਼ਨ ਦਾ 1957 ਦੇ ਵਿੱਚ ਬਣਿਆ ਸੀ, ਜਿਹੜਾ ਕਿ ਗਵਾਲੀਅਰ ਬਣਾਇਆ ਗਿਆ। ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਵੀ ਸਾਨੂੰ ਦੋ ਜਿਹੜੀਆਂ ਆਈਟਮਸ ਦਿੱਤੀਆਂ ਹੋਈਆਂ ਨੇ ਵੱਖੋ ਵੱਖਰੀਆਂ ਲਿਸਟਾਂ, ਜਿਨ੍ਹਾਂ ਨੂੰ ਆਪਸ ਦੇ ਵਿੱਚ ਮੈਚ ਕਰਨਾ ਹੈ। ਸਭ ਤੋਂ ਪਹਿਲਾਂ ਦਿੱਤਾ ਜੀ ਥੋਰਨਡਾਈਕ ਜਿਨ੍ਹਾਂ ਨੇ ਲਾਜ਼ ਆਫ ਲਰਨਿੰਗ ਤੁਸੀਂ ਨੇ ਪੜ੍ਹੇ ਹੋਣਗੇ, ਤਾਂ ਥੋਰਨਡਾਈਕ ਨੇ ਇੱਕ ਬਹੁਤ ਹੀ ਮਹੱਤਵਪੂਰਨ ਥਿਊਰੀ ਦਿੱਤੀ ਸੀ, ਟਰਾਇਲ ਐਂਡ ਐਰਰ। ਤਾਂ ਥੋਰਨਡਾਈਕ ਦੀ ਇਹਦੇ ਵਿੱਚ ਥਿਊਰੀ ਹੈਗੀ ਹੈ ਜੀ ਟਰਾਇਲ ਐਂਡ ਐਰਰ, ਜਿਹੜੀ ਕਿ 1898 ਦੇ ਵਿੱਚ ਦਿੱਤੀ ਸੀ। ਇਸੇ ਥਿਊਰੀ ਨੂੰ ਯੂਜ਼ ਕਰਕੇ ਫਿਰ BF ਸਕਿਨਰ ਨੇ ਇੱਕ ਥਿਊਰੀ ਦਿੱਤੀ ਸੀਗੀ ਓਪਰੈਂਟ ਕੰਡੀਸ਼ਨਿੰਗ। ਲਰਨਿੰਗ ਦੀ ਥਿਊਰੀ ਹੈ ਓਪਰੈਂਟ ਕੰਡੀਸ਼ਨਿੰਗ। ਸੈਕਿੰਡ ਤੇ ਹੈਗਾ ਜੀ ਪੈਬਲੋਵ ਹੈ ਜਿਹੜਾ, ਇਹਨਾਂ ਨੇ ਕੰਡੀਸ਼ਨਿੰਗ ਰਿਸਪੌਂਸ ਦੀ ਥਿਊਰੀ ਦਿੱਤੀ ਸੀ 1927 ਦੇ ਵਿੱਚ। ਫਿਰ ਆਉਂਦੇ ਨੇ ਕੋਹਲਰ, ਜਿਨ੍ਹਾਂ ਨੇ ਚਿੰਪੈਂਜੀ ਬਾਂਦਰ ਸੁਲਤਾਨ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀਗਾ, ਤਾਂ ਇਹਨਾਂ ਨੇ ਥਿਊਰੀ ਦਿੱਤੀ ਸੀ ਇਨਸਾਈਟ ਲਰਨਿੰਗ ਦੀ 1925 ਦੇ ਵਿੱਚ। ਉਸ ਤੋਂ ਬਾਅਦ ਆਉਂਦੇ ਨੇ ਸਿਗਮੰਡ ਫਰੂਇਡ, ਪਹਿਲਾਂ ਹੀ ਗੱਲ ਕਰਕੇ ਗਿਆ ਅਸੀਂ, ਜਰਮਨ ਦੇ ਇੱਕ ਸਾਈਕੋਲੋਜਿਸਟ ਸੀਗੇ ਜਿਨ੍ਹਾਂ ਨੇ ਸਾਈਕੋ ਐਨਾਲਿਟਿਕ ਥਿਊਰੀ ਦਿੱਤੀ। ਤਾਂ ਇਹਨਾਂ ਦੇ ਪਰਸਨੈਲਿਟੀ ਟੈਸਟ ਨੇ ਜਿਹੜੇ ਇਹਨਾਂ ਨੇ 1890 ਦੇ ਵਿੱਚ ਬਣਾਏ। 1890 ਇਸ ਦਾ ਮਤਲਬ ਹੈਗਾ ਕਿ ਪੂਰੇ 10 ਸਾਲ 1890 ਤੋਂ ਲੈ ਕੇ 1900 ਤੱਕ ਦਾ ਇਰਾ। ਨੈਕਸਟ ਕੁਐਸਚਨ ਦੇ ਵਿੱਚ ਵੀ ਦੋ ਸਾਨੂੰ ਜੀ ਲਿਸਟਾਂ ਦਿੱਤੀਆਂ ਹੋਈਆਂ ਨੇ, ਦੋਨਾਂ ਨੂੰ ਆਪਸ ਦੇ ਵਿੱਚ ਮੈਚ ਕਰਨਾ ਹੈ। ਤਾਂ ਪਹਿਲੀ ਸਪੀਡ ਹੈ, ਸਪੀਡ ਦਾ ਇਹਦੇ ਵਿੱਚ ਟੈਸਟ ਹੈਗਾ 50 ਮੀਟਰ ਰਨ। ਟੈਸਟ ਨੇ ਬੇਸਿਕਲੀ ਕਿ ਕਿਹੜੇ ਕੰਪੋਨੈਂਟ ਨੂੰ ਮੇਜ਼ਰ ਕਰਨ ਦੇ ਲਈ ਕਿਹੜਾ ਟੈਸਟ ਯੂਜ਼ ਕੀਤਾ ਜਾਂਦਾ ਹੈ। ਤਾਂ ਸਪੀਡ ਨੂੰ ਅਸੀਂ ਮੇਜ਼ਰ ਕਰਾਂਗੇ 50 ਮੀਟਰ ਰਨ ਦੇ ਨਾਲ, ਸਟਰੈਂਥ ਨੂੰ ਮੇਜ਼ਰ ਕਰਾਂਗੇ ਡਾਇਨੈਮੋਮੀਟਰ ਦੇ ਨਾਲ, ਇੰਡੋਰੈਂਸ ਨੂੰ ਅਸੀਂ ਮੇਜ਼ਰ ਕਰਾਂਗੇ 12 ਮੀਟਰ ਵਾਕ ਐਂਡ ਰਨ ਦੇ ਨਾਲ, ਤੇ ਐਜਿਲਿਟੀ ਨੂੰ ਅਸੀਂ ਮੇਜ਼ਰ ਕਰਾਂਗੇ ਸ਼ਟਲ ਰਨ ਦੇ ਨਾਲ। ਤਾਂ ਇਹ ਸੀ ਸਾਡਾ ਪੇਪਰ 2005 ਦਾ ਜੀ। ਤਾਂ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਸਾਡਾ ਇਹ ਟੌਪਿਕ ਹੈ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਤਾਂ ਕਿ ਅਸੀਂ ਹੋਰ ਵੀ ਮਿਹਨਤ ਦੇ ਨਾਲ ਅਗਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਤਿਆਰ ਕਰ ਸਕੀਏ। ਤਾਂ ਤੁਹਾਡਾ ਜਿਹੜੇ ਕਮੈਂਟਸ ਨੇ ਵੱਧ ਤੋਂ ਵੱਧ ਕਮੈਂਟਸ ਦਿਓ ਸਾਨੂੰ ਇਸ ਦੇ ਨਾਲ ਰਿਗਾਰਡਿੰਗ, ਤਾਂ ਕਿ ਅਸੀਂ ਹੋਰ ਵੀਡੀਓਜ਼ ਨੇ ਜਿਹੜੀਆਂ ਨੈੱਟ ਦੇ ਨਾਲ ਰਿਲੇਟਡ ਉਹ ਜਲਦੀ ਤੋਂ ਜਲਦੀ ਬਣਾਈਏ। ਸਾਰੇ ਪੇਪਰ ਡਿਸਕਸ ਕਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਟੌਪਿਕ ਵਾਈਜ਼ ਨੈੱਟ ਦੀ ਤਿਆਰੀ ਹੈ ਜਿਹੜੀ, ਉਹਦੇ ਟੌਪਿਕਸ ਨੇ ਜਿਹੜੇ ਉਹ ਵੀ ਅਸੀਂ ਇਸ ਚੈਨਲ ਦੇ ਉੱਪਰ ਅਪਲੋਡ ਕਰ ਦਈਏ। ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ।